चरणा च हाथ दवाई उचारण करो जी। वाहिगुरू जी का खालसा वाहिगुरू जी की फतेह। सतनाम वाहिगुरू साहिब जी। श्री राग महला पंजवा। ਇਹ ਪਾਵਨ ਸ਼ਬਦ ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਹੈ ਜੀ। ਸਤਿਗੁਰਾਂ ਦੇ 18ਵਾਂ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦੇ ਸ੍ਰੀ ਰਾਗ ਦੇ ਅੰਦਰ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 45 ਤੇ 49 ਅੰਕ ਸੁਭਾਈ ਬਾਣ ਹੈ ਜੀ। ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰਿ ਨਾਮ। ਮਹਾਰਾਜ ਕਹਿੰਦੇ ਜਿੱਤ ਜਪੀਐ ਹਰਿ ਨਾਮ, ਜਿਹੜੇ ਹਰ ਨਾਮ ਨੂੰ ਜਪਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਹਦੇ ਨਾਮ ਨਾਲ ਜੁੜੇ ਨੇ, ਅਸਲੀ ਸ਼ਾਸਤਰ ਹੀ ਪੜ੍ਹਦਾ ਹੈ। ਤੇ ਇੱਥੇ ਸੌਣ ਸੋਏ ਦਾ ਅਰਥ, ਸੌਣ ਦਾ ਅਰਥ ਇੱਕ ਸ਼ਾਂਤ ਦਾ ਗ੍ਰੰਥ, ਜੋਤਿਸ਼ ਦਾ ਗ੍ਰੰਥ ਕਹਿੰਦੇ ਆ। ਮਹਾਰਾਜ ਕਹਿੰਦੇ ਜੇ ਤੁਸੀਂ ਨਾਮ ਜਪਣ ਲੱਗ ਪਓ ਤਾਂ ਕਿਸੇ ਸ਼ਾਸਤਰ ਨੂੰ, ਕਿਸੇ ਜੋਤਿਸ਼ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਚਲੋ ਆਪਾਂ ਜਿੰਨੇ ਵੀ ਧਾਰਮਿਕ ਗ੍ਰੰਥ ਹੋਣ ਚਾਹੇ ਰਿਗਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਰੇ ਨਾਮ ਦੀ ਗੱਲ ਕਰਦੇ ਭਾਈ। ਨਾਮ ਜਪੋ, ਨਾਮ ਜਪੋ, ਨਾਮ ਜਪੋ। ਅਤੇ ਜੇ ਤੁਸੀਂ ਨਾਮ ਜਪਣ ਲੱਗ ਜਾਂਦੇ ਹੋ, ਨਿਤ ਜਪੀਐ ਸਾਸ ਗਰਾਸ ਨਾਉ ਪਰਬਤ ਗਾਰਦਾ, ਜੇ ਜਪਦੇ ਹੋ ਫਿਰ ਉਹ ਸਾਰੇ ਸ਼ਾਸਤਰਾਂ ਦਾ ਉਹ ਸਾਰਾ ਸਾਰ ਤੁਸੀਂ ਸਮਝ ਲੈਂਦੇ ਹੋ। ਰੱਬ ਦਾ ਸਿਮਰਨ ਸਭ ਤੋਂ ਉੱਚਾ, ਸਾਰੇ ਕਰਮਾਂ ਤੋਂ ਉਹਦਾ ਸਿਮਰਨ ਵੱਡਾ ਹੈ, ਉੱਚਾ ਹੈ, ਸ੍ਰੇਸ਼ਟ ਹੈ। ਪਰ ਮਨ ਨੂੰ ਵੀ ਕੋਈ ਨਾਮ ਜਪਣ ਲੱਗ ਪੈਂਦੇ, ਇਹਦਾ ਮਤਲਬ ਹੈ ਕਿ ਉਹਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝ ਲਿਆ। ਉਹ ਹੁਣ ਉਹ ਕਮਾਈ ਕਰ ਰਿਹਾ ਜੋ ਗੁਰੂ ਨੂੰ ਕਰਨ ਵਾਸਤੇ ਕਹਿੰਦੇ ਹੋਏ। ਮਹਾਰਾਜ ਕਹਿੰਦੇ ਸ਼ਾਸਤਰ ਵੇਦ ਸਾਰੇ ਪਿੱਛੇ ਰਹਿ ਜਾਂਦੇ ਹੈ। ਜਦੋਂ ਕੋਈ ਨਾਮ ਦੇ ਨਾਲ ਜੁੜ ਜਾਂਦਾ ਇਹੀ ਸ਼ਾਸਤਰ ਪੜ੍ਹਦੇ, ਇਹੀ ਜੋਤਿਸ਼ ਪੜ੍ਹਦੇ, ਸਾਰਾ ਕੁਝ ਵਿੱਚ ਹੈ। ਜੇ ਭਾਈ ਮਨੁੱਖ ਜਪੀਏ ਹਰ ਨਾਮ, ਹਰ ਨਾਮ ਨੂੰ ਜਪਦਾ ਹੈ ਤਾਂ ਚਰਨ ਕਮਲ ਗੁਰ ਧਨ ਲਿਆ ਮਿਲਿਆ ਲਿਖਾਵੇ ਖਾਓ। ਗੁਰੂ ਫਿਰ ਚਰਨ ਕਮਲ ਰੂਪੀ ਧਨ ਦਿੰਦਾ ਹੈ। ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਣਾ ਹੀ ਅਸਲੀ ਧਨ ਪ੍ਰਾਪਤ ਕਰਦਾ ਹੈ। ਚਲੋ ਸਾਰਾ ਕਾਰਜ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਹੱਥੀਂ ਧਨ ਦੇ ਰਿਹਾ ਤਾਂ ਉਹਦਾ ਕਾਰਜ ਸਫਲੇਗਾ। ਕੋਈ ਕਾਰਜ ਇਹੋ ਜਿਹੇ ਹੁੰਦੇ ਜਿਹੜੇ ਬਖਸ਼ਿਸ਼ ਨਾਲ ਹੁੰਦੇ ਆ, ਧਨ ਨਾਲ ਨਹੀਂ ਹੁੰਦੇ ਆ। ਮਹਾਰਾਜ ਕਹਿੰਦੇ ਉਹਦੇ ਚਰਨ ਕਮਲਾਂ ਨਾਲ ਜੁੜ ਜਾਣਾ ਸਭ ਤੋਂ ਵੱਡਾ ਧਨ ਪ੍ਰਾਪਤ ਕਰਨਾ ਹੈ। ਅਤੇ ਜੁੜ ਕੇ ਫਿਰ ਮਿਲਦਾ ਕੀ ਹੈ? ਮਿਲਿਆ ਨਿਥਾਵੇ ਖਾਓ, ਜਿਹੜਾ ਨਿਥਾਵਾ ਸੀ ਉਹ ਥਾਂ ਮਿਲ ਜਾਂਦਾ ਹੈ। ਅਸੀਂ ਬਚਨ ਬਹੁਤ ਵਾਰੀ ਪੜ੍ਹੇ ਕਿ ਸਤਿਗੁਰੂ ਨਿਥਾਵਿਆਂ ਤੇ ਖਾਬ, ਜੋਟਿਆਂ ਦੀ ਓਟ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਰਿਆਂ ਦੀ ਢੇਰ ਹੈ ਸਤਿਗੁਰੂ। ਜਿਹਨੂੰ ਕੋਈ ਟਿਕਾਣਾ ਨਹੀਂ ਮਿਲਦਾ, ਗੁਰੂ ਚਰਨਾਂ ਨਾਲ ਜੁੜ ਕੇ ਉਹ ਉੱਚੀ ਪਦਵੀ ਨੂੰ ਪ੍ਰਾਪਤ ਕਰਦਾ ਹੈ। ਉਹ ਪਦਵੀ ਉਹਨੂੰ ਪ੍ਰਾਪਤ, ਉਹ ਜਗ੍ਹਾ ਪ੍ਰਾਪਤ ਹੁੰਦੀ ਜਿਹੜੀ ਸਾਰੇ ਨਹੀਂ ਪ੍ਰਾਪਤ ਕਰ ਸਕਦੇ। ਸਾਚੇ ਪੂਜੇ ਸਚ ਸੰਜਮੋ ਆਠ ਪਹਿਰ ਗੁਣ ਗਾਓ। ਮਹਾਰਾਜ ਕਹਿੰਦੇ 8 ਪਹਿਰ ਗੁਣ ਗਾਉਣੇ, ਇਹੀ ਸੱਚੀ ਪੂੰਜੀ ਹੈ, ਇਹੀ ਸੱਚਾ ਸੰਜਮ ਰੱਖਦਾ ਹੈ। ਜੇ 8 ਪਹਿਰ ਗੁਣ ਗਾਉਂਦੇ ਤਾਂ ਸੱਚੀ ਪੂੰਜੀ ਕੀ ਹੈ? ਨਾਮ ਹੀ ਤੇ ਪੂੰਜੀ ਹੈ, ਨਾਮ ਹੀ ਤੇ ਖਜ਼ਾਨਾ ਹੈ। ਇਹਨੂੰ ਰਾਸ ਕਿਹਾ, ਰਾਸ ਪੂੰਜੀ ਦੇ ਸ਼ਬਦ ਅਸੀਂ ਇਕੱਠਾ ਵਰਤ ਲੈਂਦੇ ਹਾਂ। ਮਹਾਰਾਜ ਕਹਿੰਦੇ ਅਸਲੀ ਜਾਇਦਾਦ ਸਾਡੀ ਇਹੀ ਹੈ ਜੇ ਅਸੀਂ ਨਾਮ ਜਪਦੇ ਹਾਂ। ਅਸਲੀ ਸਾਡੀ ਰਾਸ ਪੂੰਜੀ ਜਿਹੜੀ ਅਸੀਂ ਇਕੱਠੀ ਕਰਕੇ ਰੱਖਦੇ ਇਹੀ ਨਾਮ ਹੀ ਹੈ। ਉਹ ਦੁਨਿਆਵੀ ਤੌਰ 'ਤੇ ਕੋਈ ਬੰਦੇ ਨੇ ਬਹੁਤ ਧਨ ਜੋੜਿਆ, ਜਿੰਨਾ ਮਰਜ਼ੀ ਉਹ ਸੈਂਕੜੇ ਤੋਂ ਲੱਗਾ ਹੀ ਹਜ਼ਾਰਾਂ ਉਹਨੇ ਜੋੜ ਲਿਆ, ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ, ਕਰੋੜਾਂ ਤੋਂ ਵੀ ਅੱਗੇ ਅਰਬਾਂ ਖਰਬਾਂ ਤੱਕ ਪਹੁੰਚ ਜਾਂਦਾ। ਜਿੰਨਾ ਮਰਜ਼ੀ ਧਨ ਇਕੱਠਾ ਕਰੇ ਕੀ ਇਹ ਧਨ ਉਹਦੇ ਨਾਲ ਜਾਣਾ? ਬਿਲਕੁਲ ਨਹੀਂ। ਅਤੇ ਫਿਰ ਅਸਲੀ ਪੂੰਜੀ ਤੇ ਜਪਿਆ ਹੋਇਆ ਨਾਮ ਹੀ ਹੈ ਨਾ। ਨਾਮ ਜਿੰਨਾ ਵੀ ਜਪਾਂਗੇ ਤੇ ਨਾਲ ਜਾਣਾ। ਇੱਕ ਵਾਰੀ ਵੀ ਕਹੋਗੇ ਇਹ ਸਾਡੇ ਨਾਲ ਜਾਣ ਵਾਲਾ,
ਵਾਰ-ਵਾਰ ਜਪੋਗੇ ਇਹ ਧਨ ਇਕੱਠਾ ਕਰਨਾ ਹੈ ਔਰ ਇਹ ਸਾਡੇ ਨਾਲ ਨਿਭਣ ਵਾਲਾ ਹੈ। ਇਹੋ ਧਨ ਅਖੁੱਟ ਨਾ ਖੁੱਟੈ ਨਾ ਜਾਏ ਜਿਹੜੇ ਸਤਿਗੁਰ ਦੀਆਂ ਸਤਿਗੁਰਾਂ ਨੇ ਬਖਸ਼ਿਸ਼ ਵਰਤਾ ਦਿੱਤੀ। ਇਹ ਸੋਝੀ ਆ ਗਈ ਵੀ ਆਹ ਦੁਨਿਆਵੀ ਧਨ ਨਹੀਂ ਸਾਡੇ ਨਾਲ ਜਾਂਦਾ ਹੈ, ਸਾਡੀ ਅਸਲੀ ਪੂੰਜੀ ਤੇ ਨਾਮ ਧਨ ਹੈ। ਤੇ ਜਿਹੜੇ ਅੱਠੇ ਪਹਿਲ ਗੁਣ ਗਾਉਂਦੇ ਉਹ ਤੇ ਬਹੁਤ ਧਨ ਫਿਰ ਇਕੱਠਾ ਕਰ ਲੈਂਦੇ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਮੰਨ ਲਓ ਵੀ ਕਿੰਨਾ ਚਿਰ ਹੋ ਗਿਆ ਸਾਨੂੰ ਨਿਤਨੇਮ ਨਾਲ ਜੁੜਿਆ, ਕਿੰਨਾ ਹੀ ਇਹ ਖਜ਼ਾਨਾ ਇਕੱਠਾ ਕਰ ਲਿਆ ਵੀ ਰੋਜ਼ ਅਸੀਂ 7 ਬਾਣੀਆਂ ਦਾ ਨਿਤਨੇਮ ਕਰਦੇ ਹਾਂ। ਇਹ ਸਾਡਾ ਅਸਲੀ ਖਜ਼ਾਨਾ ਹੈ, ਇਹੀ ਰਾਸ ਪੂੰਜੀ ਹੈ। ਰਹਿ ਰਸਤਾ ਰਾਸ ਵਰਤਣ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ 'ਚ ਬਹੁਤ ਵਾਰੀ ਬਚਨ ਆਪਾਂ ਨੇ ਸਾਂਝੇ ਕੀਤੇ ਵੀ ਉੱਥੇ ਹੋਰ ਕੋਈ ਧਨ ਦਾ ਧੀਆ ਪੁੱਤਰ ਦਾ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ, ਵਰਤਣ ਵਾਸਤੇ ਉੱਥੇ ਨਾਮ ਹੋਏਗਾ। ਉੱਥੇ ਸਾਨੂੰ ਇਸ ਲਈ ਛਡਾਉਣਾ ਹੈ, ਇਸ ਲਈ ਸਾਡੀ ਗਵਾਹੀ ਭਰਨੀ, ਇਹੀ ਸਾਡੇ ਖਾਣ ਵਾਸਤੇ, ਇਹਨੇ ਹੀ ਸਾਨੂੰ ਤ੍ਰਿਪਤ ਕਰਨਾ ਹੈ ਕਿ ਅਸੀਂ ਇੱਕ ਇੱਕ ਦਿਨ ਕਰਕੇ ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ, ਉਹ ਧਨ ਸਾਡਾ ਇਕੱਠਾ ਹੁੰਦਾ ਤੇ ਫਿਰ ਨਾਲ ਜਾਂਦਾ ਹੈ। ਜਿਹਦੇ ਕੋਲ ਜਿੰਨਾ ਧਨ ਨਹੀਂ ਹੁੰਦਾ ਹੀ ਵੱਡਾ ਸ਼ਾਹੂਕਾਰ ਹੈ ਦੁਨਿਆਵੀ ਤੌਰ 'ਤੇ ਵੀ, ਜਿਹਦੇ ਕੋਲ ਜਿੰਨਾ ਧਨ ਨਹੀਂ ਉਨੀ ਵੱਡਾ ਲੋਕ ਸਤਿਕਾਰ ਪਿਆਰ ਦਿੰਦੇ ਹੈ। ਅਤੇ ਧਰਮ ਦੀ ਦੁਨੀਆ 'ਚ ਵੀ ਜਿੰਨੀ ਬੰਦਗੀ ਕਿਸੇ ਦੀ ਉਹਨਾਂ ਵੱਡਾ ਹੀ ਉਹ ਭਗਤ ਹੈ, ਉਹਨਾਂ ਵੱਡਾ ਹੀ ਸਿੱਖ ਹੈ। ਜਿੰਨੀ ਵੱਡੀ ਬੰਦਗੀ ਹੈ, ਜਿੰਨੀ ਜ਼ਿਆਦਾ ਕਰਦਾ ਹੈ। ਅਤੇ ਮਹਾਰਾਜ ਕਹਿੰਦੇ ਭਾਈ ਅੱਠੇ ਪਹਿਲ ਗੁਣ ਗਾਉਣੇ, ਇਹੀ ਰਾਸ ਪੂੰਜੀ ਇਕੱਠੀ ਕਰਨੀ, ਇਹੀ ਸੰਜਮ ਰੱਖਣਾ ਹੈ ਜੀ। ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ। ਉਹਨੇ ਕਿਰਪਾ ਕਰਕੇ ਆਪਦੇ ਨਾਲ ਜੋੜ ਦਿਆ ਸੀ, ਉਹਦੀ ਸੇਵਾ 'ਚ ਅਸੀਂ ਲੱਗ ਗਏ ਅਤੇ ਹੁਣ ਮਰਨ ਦਾ ਨਾ ਆਵਣ ਜਾਓ, ਨਾ ਮਰਾਂਗੇ ਅਤੇ ਨਾ ਆਉਣ ਜਾਣ ਦਾ ਗੇੜ। ਆਵਾਂਗੇ ਤੇ ਫਿਰ ਨਾ ਜੇ ਜਾਵਾਂਗੇ, ਜੇ ਗਏ ਹੀ ਨਹੀਂ ਕਿਤੇ ਤੇ ਆਵਾਂਗੇ ਕਿਵੇਂ? ਫਿਰ ਸਦੀਵੀ ਟਿਕਾਣਾ ਮਿਲਦਾ ਹੈ। ਮਰਦ ਕਹਿੰਦੇ ਜਨਮ ਕਰਨ ਤੋਂ ਬਚ ਜਾਂਦੇ ਹੋ, ਨਾ ਜਾਂਦਾ ਨਾ ਆਉਂਦੇ ਉਹ ਸਦਾ ਹੀ ਜਿਉਂਦਾ ਹੈ ਜੀ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਸਤਿਗੁਰੂ ਕਹਿੰਦੇ ਮੇਰੇ ਮਨ ਹਰ ਭਜ, ਰੱਬ ਨਾਲ ਜੋੜ। ਭਜਨਤਾ ਤੇ ਭਾਜਮਾਨ ਮੇਰੇ ਉਹਨਾਂ ਨਿਕਸ ਹੋ ਜਾਣਾ, ਜੁੜਨਾ ਜਪਣਾ ਸਦਾ ਇੱਕ ਰੰਗ। ਇੱਥੇ ਰੰਗ ਦਾ ਅਰਥ ਯਾਦ ਹੈ, ਇੱਕ ਰੰਗ ਵਿੱਚ ਰੰਗਿਆ ਹੋਇਆ ਹੀ ਉਹਨੂੰ ਜਾਪਦਾ। ਵੈਸੇ ਨਾ ਅਸੀਂ ਯਾਦ ਉਹਨੂੰ ਕਰਦੇ ਜਿਹਦੇ ਪ੍ਰੇਮ ਵਿੱਚ ਅਸੀਂ ਰੰਗੇ ਜਾਂਦੇ ਹਾਂ। ਜੇ ਮਾਂ ਆਪਣੇ ਪੁੱਤਰ ਦੇ ਪ੍ਰੇਮ ਵਿੱਚ ਰੰਗੀ ਹੋਈ ਹੈ ਤੇ ਕੋਈ ਢੋਲਕੀਆਂ ਛੈਣੇ ਨਹੀਂ ਵਜਾਉਣੇ ਪੈਂਦੇ ਵੀ ਮਾਂ ਆਪਣੇ ਪੁੱਤਰ ਨੂੰ ਚੇਤੇ ਕਰਨ ਅਤੇ ਉਹਦਾ ਸਾਧਨ ਦੇਣਾ ਕਿ ਢੋਲਕੀ ਲੈ ਕੇ ਆਏ ਛੈਣੇ, ਉਹ ਯਾਦ ਕਰ ਰਹੀ ਹੈ। ਇਹਦੇ ਸਾਡਾ ਪਰਮਾਤਮਾ ਨਾਲ ਪਿਆਰ, ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਉਹ ਸਦਾ ਹੀ ਤੁਹਾਨੂੰ ਯਾਦ ਰਹੇਗਾ। ਜੇ ਰੱਬ ਨਾਲ ਅਸੀਂ ਪਿਆਰ ਕੀਤਾ ਹੈ ਨਾ ਵੀ ਰੱਬ ਦੀ ਅਸੀਂ ਬੰਦਗੀ ਕਰਨੀ ਚਾਹੁੰਦੇ ਹਾਂ ਜਾਂ ਉਹਨੂੰ ਮਿਲਣਾ ਚਾਹੁੰਦੇ ਹਾਂ, ਅਤੇ ਫਿਰ ਮਹਾਰਾਜ ਕਹਿੰਦੇ ਇੱਕ ਰੰਗ ਵਿੱਚ ਰੰਗੀ ਹੋਈ ਉਹਨੂੰ ਜਪਣਾ ਚਾਹੀਦਾ ਹੈ। ਬਹੁਤ ਵਾਰੀ ਸ਼ਬਦ ਪੜ੍ਹਿਆ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗੇ। ਪਿਆਰ ਦਾ ਰੰਗ ਉਹਨੂੰ ਚੜ੍ਹਦਾ ਜਿਹਦੇ ਵੱਡੇ ਭਾਗ ਹੋਣਾ। ਮਹਾਰਾਜ ਨੇ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਅਰਥ ਅਸਲ ਵਿੱਚ ਇਹ ਹੈ ਵੀ ਪ੍ਰੇਮ 'ਚ ਭਿੱਜ ਕੇ ਮੇਰੇ ਮਨ ਨੂੰ ਜਪਿਆ ਕਰ। ਜਦੋਂ ਅਸੀਂ ਬਾਣੀ ਪੜ੍ਹਨੀ, ਸਿਮਰਨ ਕਰਨਾ, ਬਿਲਕੁਲ ਰਿਲੈਕਸ ਹੋ ਕੇ ਉਹਦੇ ਪਿਆਰ 'ਚ ਭਿੱਜ ਕੇ ਅਸੀਂ ਰਸ ਲੈ ਕੇ ਬਾਣੀ ਪੜ੍ਹਨੀ ਹੈ। ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੋ, ਭਗਤੀ ਪੜ੍ਹਦਿਆਂ ਤੁਹਾਨੂੰ ਬੜਾ ਰਸ ਆਵੇ, ਤੁਸੀਂ ਗਾਉਣ ਲੱਗ ਜਾਓ, ਵਾਰ-ਵਾਰ ਉਸ ਭਗਤੀ ਨੂੰ ਪੜ੍ਹੋ। ਇਹ ਪਿਆਰ ਹੈ, ਇਹ ਪਿਆਰ ਦੀ ਨਿਸ਼ਾਨੀ ਹੈ। ਰਸ ਲੈ ਕੇ ਮਨੁੱਖ ਉਹਦੇ ਨਾਲ ਫਿਰੋ। ਜਿਵੇਂ ਆਪਾਂ ਕਿਸੇ ਦੇ ਨਾਲ ਗੱਲ ਕਰਦੇ ਹੈ ਅਤੇ ਸਾਡਾ ਮਨ ਕਰ ਰਿਹਾ ਹੁੰਦਾ ਵੀ ਇਹਦੇ ਨਾਲ ਗੱਲ ਕਰੀਏ ਅਤੇ ਸਾਨੂੰ ਬੜਾ ਖੁਸ਼ੀ ਹੁੰਦੀ ਇਸ ਗੱਲ ਦੀ, ਸਾਡਾ ਅੰਦਰ ਬੜਾ ਪ੍ਰਸੰਨ ਹੁੰਦਾ ਮੈਂ ਕਿਸੇ ਨਾਲ ਗੱਲ ਕਰ ਰਿਹਾ। ਪਰ ਕਹਿੰਦੇ ਜਦੋਂ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਉੱਥੇ ਪਿਆਰ 'ਚ ਭਿੱਜ ਕੇ ਭਾਈ ਉਹਦਾ ਸਿਮਰਨ ਕਰਨਾ ਚਾਹੀਦਾ। ਇਹ ਬੰਦਾ ਚੱਕੀ ਨਹੀਂ ਹੈ, ਉਹਨੂੰ ਜਪਣਾ ਹੈ। ਅਤੇ ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਉਹਦੇ ਰੰਗ 'ਚ, ਉਹਦੇ ਪ੍ਰੇਮ 'ਚ ਰੰਗ ਕੇ ਹੀ ਉਹਨੂੰ ਜਪਣਾ ਕਰ। ਘਟ ਘਟ ਅੰਤਰ ਰਬ ਰਹਿਆ। ਉਹ ਜਿਹਨੂੰ ਤੂੰ ਜਪਣਾ ਹੈ ਨਾ ਉਹ ਘੱਟ ਘੱਟ ਦੇ ਵਿੱਚ ਹੈ, ਅੰਤਰ ਦੇ ਸਾਰਿਆਂ ਦੇ ਰੱਬ ਰਿਹਾ ਹੈ ਜੀ। ਸਦਾ ਸਹਾਈ ਸੰਗ। ਉਹ ਸਦਾ ਤੇਰੇ ਸੰਗ ਤੇ ਸਦਾ ਹੀ ਤੇਰੀ ਸਹਾਇਤਾ ਕਰਨ ਵਾਲਾ।
ਬੰਦੇ ਤੇ ਤੁਸੀਂ ਵਿਸ਼ਵਾਸ ਬਣਾ ਲਓ, ਅੱਜ ਤੁਹਾਡੀ ਮਦਦ ਕਰਦਾ, ਕੱਲ੍ਹ ਨੂੰ ਤੁਹਾਡੇ ਸਿਰ ਤੋਂ ਹੱਥ ਚੁੱਕ ਜਾਣਾ। ਮਰਦ ਕਹਿੰਦੇ ਉਹ ਸਦਾ ਹੀ ਸਾਡੀ ਸਹਾਇਤਾ ਕਰਦਾ ਹੈ। ਚਾਹੇ ਚਾਹੇ ਵੇਖੋ ਤਹਿ ਹਜ਼ੂਰ, ਦੂਰ ਕਤੂ ਨਾ ਜਾਏ, ਜਿੱਧਰ ਵੇਖੇਗਾ ਤੈਨੂੰ ਅੰਗ ਸੰਗ ਨਜ਼ਰ ਪਏਗਾ ਪਰਮਾਤਮਾ। ਔਰ ਸਦਾ ਹੀ ਸਾਡੀ ਮਦਦ ਲਈ ਤਿਆਰ ਰਹਿੰਦਾ ਹੈ। ਇਹ ਨਹੀਂ ਵੀ ਸਾਨੂੰ ਜ਼ਰੂਰਤ ਤੇ ਕੋਈ ਨਾ ਨੁਕਰ ਹੋਏਗੀ, ਨਾ। ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਬਾੜਾ ਜੀਓ। ਮਰਦ ਕਹਿੰਦੇ ਸਦਾ ਅੰਗ ਸੰਗ ਸਦਾ ਹੀ ਸਹਾਇਤਾ ਕਰਨ ਦੀ ਇੱਛਾ ਰੱਖਦਾ ਹੈ ਜੀ। ਇਸਲਾਮ ਦੇ ਇੱਕ ਮਰਦ ਕਹਿੰਦੇ ਹਨ ਸੁਖਾ ਕੀ ਮਿਤ ਜਾਗਣੀ ਜਾਸਵਰੀ ਗੋਬਿੰਦ। ਜੇ ਤੁਸੀਂ ਗੋਬਿੰਦ ਨੂੰ ਸਿਮਰਦੇ ਹੋ, ਜਾ ਸਿਮਰੀ ਗੋਬਿੰਦ ਸੁੱਖਾਂ ਕੀ ਪਿੱਤ ਕਿਆ ਗਣੀ। ਕਹਿੰਦੇ ਫਿਰ ਸੁੱਖਾਂ ਦੀ ਗਿਣਤੀ ਮਿੰਤੀ ਕੀ ਕਰਦਾ ਹੈ। ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਨਾ, ਉਹਨੂੰ ਇੰਨੇ ਕੋ ਸੁੱਖ ਦਿੰਦੇ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਹੜੇ ਸੁੱਖਾਂ ਨੂੰ ਮਿਣਿਆ ਨਹੀਂ ਜਾ ਸਕਦਾ। ਜਾਂ ਤੇ ਉਹਨਾਂ ਦੀ ਗਿਣਤੀ ਹੁੰਦੀ ਕਿਸੇ ਚੀਜ਼ ਦੀ, ਜਾਂ ਉਹਨੂੰ ਮਿਣਿਆ ਜਾਂਦਾ ਹੈ। ਉਹ ਜਿਹੋ ਜਿਹੇ ਪਦਾਰਥ ਹੁੰਦੇ ਜਿਹੜੇ ਆਪਾਂ ਗਿਣ ਕੇ ਰੱਖਦੇ ਹਾਂ। ਉਹ ਜੋ ਦਿਨ ਰਸੋਈ 'ਚ ਸਮਾਨ ਪਾਉਣਾ ਹੈ, ਉਹਨੂੰ ਮਿਣ ਕੇ ਲਿਆਉਣੇ ਆ। ਭਾਈ ਇੰਨੇ ਕਿਲੋ ਪਾਇਆ, ਆਟਾ ਇੰਨੇ ਕਿਲੋ ਹੈ, ਚੀਨੀ ਇੰਨੇ ਕਿਲੋ ਹੈ, ਸ਼ੱਕਰ ਇੰਨੇ ਕਿਲੋ ਹੈ। ਉਹਦੀ ਚੀਜ਼ ਮਿਣੀ ਜਾਂਦੀ ਹੈ, ਕੁਝ ਗਿਣੀ ਜਾਂਦੀ ਹੈ। ਮਹਾਰਾਜ ਕਹਿੰਦੇ ਉਹਦੀ ਗਿਣਤੀ ਮਿਣਤੀ ਕੋਈ ਨਹੀਂ ਬਖਸ਼ਿਸ਼ਾਂ ਦੀ। ਜਦੋਂ ਕੋਈ ਜੁੜ ਜਾਂਦਾ, ਜਦੋਂ ਵਾਹਿਗੁਰੂ ਨੂੰ ਸਿਮਰਦਾ ਹੈ, ਜਿਹਨੇ ਨਾਮ ਰਸ ਨੂੰ ਚਾਖਿਆ ਤ੍ਰਿਪਤ ਉਹ ਹੀ ਹੋਏ ਹੈ। ਹੁਣ ਜਿਹੜੇ ਦੇਖੋ ਭੁੱਖ ਲੱਗੀ ਹੈ, ਚਲੋ ਆਪਾਂ ਵਚਨ ਪੜ੍ਹਦੇ ਰੋਜ਼ ਸਾਚੇ ਨਾਮ ਕੀ ਲੱਗ ਹੈ। ਭੁੱਖ ਬਹੁਤਿਆਂ ਨੂੰ ਲੱਗੀ ਹੈ, ਤ੍ਰਿਪਤ ਕੌਣ ਹੋਏਗਾ? ਜਿਹੜਾ ਛਕੇਗਾ ਕੁਝ ਨਾ ਕੁਝ। ਦਰਿਆਵੀ ਤੌਰ 'ਤੇ ਸਰੀਰ ਬੈਠੇ ਹੈ, ਮੰਨ ਲਓ ਚਲੋ ਸਾਡੇ ਇਤਿਹਾਸ ਵਰਗਾ ਇਤਿਹਾਸ ਤੇ ਤੁਹਾਨੂੰ ਕਿਤੇ ਨਹੀਂ ਸੰਗਤ ਜੀ ਮਿਲਣਾ। ਜੇ ਫਰੋਕਸੀਅਰ ਅਨੇਕਾਂ ਬਜ਼ੁਰਗ ਬੱਚਿਆਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦਾ ਹੈ ਤੇ ਕਾਫੀ ਦਿਨ ਭੁੱਖੇ ਰੱਖਿਆ ਜਾਂਦਾ ਤੇ ਅੱਧੀ ਰੋਟੀ ਦਿੱਤੀ ਜਾਂਦੀ ਹੈ ਵੀ ਲੜ ਕੇ ਮਰ ਜਾਣਗੇ, ਅੱਧੀ ਰੋਟੀ ਬਦਲੇ। ਉਹ ਜਿੰਨੇ ਵੀ ਸਿੱਖ ਉਹਨੇ ਕੈਦ ਕੀਤੇ ਹਨ, ਅੱਧੀ ਰੋਟੀ ਦੇ ਕੇ ਦਿੰਦਾ ਵੀ ਖੋ ਕੇ ਖਾਣਗੇ, ਲੜਨਗੇ, ਮਰਨਗੇ ਉਸ ਅੱਧੀ ਰੋਟੀ ਵਾਸਤੇ। ਉਹ ਰੋਟੀ ਆ ਗਈ ਇੱਕ ਬਜ਼ੁਰਗ ਦੇ ਹੱਥ 'ਚ, ਤੇ ਬਜ਼ੁਰਗ ਨੇ ਅੱਧੀ ਰੋਟੀ ਵੇਖ ਕੇ ਆਪਣਾ ਹੱਥ ਜਿਹੜਾ ਨੌਜਵਾਨ ਵੱਲ ਕੀਤਾ, ਕਹਿੰਦਾ ਜਵਾਨਾ ਵੀ ਇਹ ਪ੍ਰਸ਼ਾਦਾ ਛਕ ਤੂੰ, ਅਸੀਂ ਤੇ ਹੁਣ ਆਪਣੀ ਉਮਰ ਭੋਗ ਲਈ, ਮੈਂ ਤੇ ਹੁਣ ਅੱਗੇ ਹੀ ਜਾਣਾ। ਇਹ ਤੈਨੂੰ ਐਨਰਜੀ ਚਾਹੀਦੀ ਹੈ, ਜਿਹਨਾਂ ਨਾਲ ਲੜਨਾ ਪਿਆ ਤੇਰੇ 'ਚ ਹਿੰਮਤ ਚਾਹੀਦੀ ਹੈ, ਪ੍ਰਸ਼ਾਦਾ ਤੂੰ ਛਕ। ਉਹ ਬਜ਼ੁਰਗ ਨੇ ਪ੍ਰਸ਼ਾਦਾ ਦੇ ਦਿੱਤਾ ਨੌਜਵਾਨ ਦੇ ਹੱਥ 'ਚ। ਨੌਜਵਾਨ ਨੇ, ਇੱਕ ਬੱਚਾ ਸੀ ਉੱਥੇ ਗ੍ਰਿਫਤਾਰ, ਕਹਿੰਦਾ ਪੁੱਤਰ ਅਸੀਂ ਤੇ ਕੱਢ ਜਾਗੇ, ਸਾਡੇ ਸਰੀਰ 'ਚ ਇੰਨੀ ਕੁ ਤਾਕਤ ਹੈ, ਐਨਰਜੀ ਹੈ, 4 ਦਿਨ ਹੋਰ ਕੱਢ ਜਾਗੇ। ਬੱਚੇ ਨੂੰ ਜਲਦੀ ਭੁੱਖ ਲੱਗਦੀ, ਉਹਨੂੰ ਪ੍ਰਸ਼ਾਦੇ ਦੀ ਲੋੜ ਹੈ। ਬੱਚਾ ਫਿਰ ਬਜ਼ੁਰਗ ਕੋਲ ਆ ਜਾਂਦਾ ਹੈ, ਕਹਿੰਦਾ ਬਜ਼ੁਰਗੋ ਇਹ ਪ੍ਰਸ਼ਾਦਾ ਤੁਸੀਂ ਹੁੰਦਾ ਛਕੋ। ਬਜ਼ੁਰਗ ਫਿਰ ਨੌਜਵਾਨ ਨੂੰ, ਬੱਚਾ ਉਹ ਹੈਰਾਨ ਹੋ ਕੇ ਕਹਿੰਦੇ ਇੰਨਾ ਵੀ ਕਿਸੇ 'ਚ ਸ਼ੁਕਰ ਤੇ ਸਬਰ ਹੋ ਸਕਦਾ ਹੈ। ਅਸੀਂ ਤੇ ਆਖਿਆ ਸੀ ਅੱਧਾ ਪ੍ਰਸ਼ਾਦਾ ਖੋ ਕੇ ਲੜ ਕੇ ਮਰਨਗੇ, ਖੋ ਕੇ ਖਾਣਗੇ। ਇਹ ਉਹ ਅੱਧਾ ਪ੍ਰਸ਼ਾਦਾ ਕਿਸੇ ਨੇ ਵੀ ਨਹੀਂ ਛਕਿਆ, ਇੱਕ ਦੂਜੇ ਦੇ ਹੱਥਾਂ 'ਚ ਉਹਨਾਂ ਨੇ ਬਾਹਰ ਸੁੱਟ ਦਿੱਤਾ, ਕਹਿੰਦੇ ਅਸੀਂ ਨਹੀਂ ਛਕਣਾ। ਇੱਥੇ ਇਹੀ ਹੈ ਵੀ ਜਿਹਨੇ ਚਾਖਿਆ ਤ੍ਰਿਪਤੀ ਉਹਨੂੰ ਮਿਲਣੀ ਹੈ। ਮੰਨ ਲਓ 100 ਸਰੀਰ ਭੁੱਖਾ ਬੈਠਾ ਹੈ, ਚਲੋ ਸਾਡੇ ਵਰਗੀ ਤੇ ਹਿੰਮਤ ਕਿਸੇ 'ਚ ਵੀ ਨਹੀਂ ਹੋ ਸਕਦੀ। ਸਾਡੀਆਂ ਰਗਾਂ 'ਚ ਖੂਨ 10ਵੇਂ ਪਾਤਸ਼ਾਹ ਦੇ ਉਹਨਾਂ ਨੇ ਸਿਖਾਇਆ ਹੀ ਸਾਨੂੰ ਇਹ ਹੈ। ਤੇ ਚਲੋ ਕੋਈ 50 ਸਰੀਰ ਬੈਠੇ ਨੇ ਤੇ ਇੱਕ ਨੂੰ ਪ੍ਰਸ਼ਾਦਾ ਮਿਲਿਆ, ਦੂਸਰਾ ਨੂੰ ਤ੍ਰਿਪਤ ਕੌਣ ਹੋਇਆ 50 ਸਰੀਰਾਂ 'ਚੋਂ ਜਿਹਨੇ ਛਕਿਆ? ਸੰਸਾਰ ਤੇ ਬਹੁਤ ਜਿਉਂਦਾ ਹੈ। ਤ੍ਰਿਪਤ ਉਹ ਨੇ ਜਿਹੜੇ ਜਪਦੇ ਆ, ਸੰਤੋਖੀ ਉਹ ਨੇ ਜਿਹੜੇ ਜਪਦੇ। ਜਿਹਨੇ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੇ ਜਿੰਦ, ਉਹੀ ਜਿੰਦ ਉਸ ਰਸ ਨੂੰ ਜਾਣਦੀ ਜਿਹਨੇ ਛਕਿਆ, ਜਿਹਨੇ ਰਸ ਨੂੰ ਚੱਖ ਲਿਆ। ਮੰਨ ਲਓ ਤੁਸੀਂ ਕੁਝ ਛਕਦੇ ਸਵਾਦ ਤੇ ਤਾਂ ਹੀ ਦੱਸ ਸਕੋਗੇ ਨਾ। ਇਹਨੂੰ ਗੂੰਗੇ ਕੀ ਮਠਿਆਈ ਨਹੀਂ ਕਿਹਾ, ਗੂੰਗੇ ਨੂੰ ਕੁਝ ਖਵਾ ਕੇ ਪੁੱਛੋ ਕਿੰਨਾ ਕੁ ਰਸ ਸੀ, ਉਹ ਰਸ ਲੈ ਸਕਦਾ, ਉਹ ਦੱਸ ਨਹੀਂ ਸਕਦਾ। ਮਰਜ ਕਹਿੰਦੇ ਉਹ ਜਿੰਦ ਦੱਸੇਗੀ ਕਿੰਨਾ ਕੁ ਰਸ ਪ੍ਰਾਪਤ ਹੋਇਆ ਹੈ। ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ। ਸੰਤਾਂ ਦੀ ਸੰਗਤ 'ਚ ਨਾ ਉਹ ਰੱਬ ਮਨ 'ਚ ਵਸਦਾ ਹੈ। ਤੇ ਪ੍ਰਭ ਪ੍ਰੀਤਮ ਬਖਸ਼ਿੰਦ, ਉਹ ਪ੍ਰੀਤਮ ਜਿਹੜਾ ਪਤੀ ਪਰਮਾਤਮਾ ਉਹ ਬਖਸ਼ਿੰਦ ਹੈ। ਉਹ ਬਖਸ਼ਿੰਦ ਅੱਗੇ ਦੇਰ ਨਹੀਂ, ਮਨੁੱਖ ਨਹੀਂ ਜੇ ਬਖਸ਼ਦਾ ਕਿਸੇ ਨੂੰ। ਸਾਰੀ ਜ਼ਿੰਦਗੀ ਮਨੁੱਖ ਵੈਰ ਚੇਤੇ ਰੱਖਦਾ ਹੈ। ਅੱਜ ਤੋਂ 50 ਸਾਲ ਪਹਿਲਾਂ ਕਿਸੇ ਨੇ ਗੱਲ ਕੀਤੀ ਹੋਵੇ, 50 ਸਾਲ ਬੰਦਾ ਉਹਦੇ ਮੂੰਹ ਤੇ ਕਹਿੰਦਾ ਤੂੰ ਮੇਰੇ ਨਾਲ ਫਲਾਣੇ ਸਮੇਂ ਆਹ ਕੁਝ ਕੀਤਾ ਹੈ, ਇਹਦਾ ਮਤਲਬ ਅਸੀਂ ਵੈਰ ਚੇਤੇ ਰੱਖਦੇ ਹਾਂ।
वो बड़ा दयालु है, कृपालु है, बख्शिंद है। वो तुसीं एक बारी आके हथ जोड़ के कह दो महाराज मैनू बख्शिओ, वो कल का गुनाह नहीं तुहाडे सामने चेते कराएगा, उन्हें बख्श देना। जैसा बालक भाई सुभाई लख अपराध कमावे, कर उपदेश झिड़के बहु भांति बहुड़ पिता गल लावे। पिछले औगण बख्श लै प्रभ आगे मार्ग पावे। अगले सच के मार्ग को तोड़ देंगे, पिछले गुनाह औगणा को बख्श दिता है जी। जिन सेविया प्रभ अपना, सोई राज नरिंद। राज नरिंदर फिर बड़ा राजा है जो अपने प्रभु को सिमरदा है। राजा कौन है? जिहदे कोल बहुत जायदाद, बहुत धन, जिहदा हुक्म चलदा है। तो महाराज हुण कहते हैं कि जमण वाला भी राजा है, राजियां का राजा है। वो राजा ही नहीं है, वो सारियां तो श्रोमणी है। जिन सेविया प्रभ अपना, सोई राज नरिंद। वो नरिंद राजा, वो राजियां का राजा है। दास ने शायद अगे भी एक बार बेनती की थी कि एक राजा ही तो उन्होंने किसी गल तो राग पैदा कोई साधुओं का संग करता है, महापुरुषों का, फकीरों का, तो उन्होंने राग पैदा हो गया। उन्हें अपने पुत्र को तख्त पर बिठाया तो सारा कुछ छड्ड के वो जंगलों च प्रवेश कर दिंदा, कहता उत्थे जमना है। चलो साडी थ्योरी ये नहीं है भी असीं घर बार छड्ड के जंगलों च तुरे फिरना, उत्थे ही रब मिल सकता है। बाबा फरीद जी ने लिख के दिता है भी असीं 12 साल रोटी मेरी काट की लाभ मेरी भूख, वो असीं गुजारा किया फल फुल खा के दरख्तां दे सक। तो जदों रब मिलिया वो अंदरों मिलिया, रब जंगल च नहीं ही। फरीदा जंगल जंगल क्या भवे बण कंडा मूड़ है बसी, रब है हाली है जंगल क्या ढूंढे। अपने आप को बाबा फरीद जी ने कहा जंगल च की फरीदा ढूंढदा रहे, रब तो तेनों घरे भी मिल सकता है। कईयां ने कहा एकाग्रता मिलती जंगल च। तो गुरु नानक साहब ने सानू घर ही जंगल वर्गी एकाग्रता बख्शी है। अमृत वेला मनुख एकाग्रता ही भालदा ना, भी जपना एकाग्रता के अंदर। जिन्होंने जपना गुरमुखो वो जो ढोल भी बजते उन्होंने बिरती नहीं जे खिड़ती। जो जपण वाले जो जुड़ गए है, जिन्होंने नहीं जपना एकाग्रता लभदे लभदे अपना जीवन बतीत कर जाते हैं। तो महाराज ने फिर एकाग्रता दी, अमृत वेला सच नाम वडियाई विचार झलांगे उठ नाम जप। हम उदों तो सारे उठे होंगे, हम तो 12-1 बजे तक कमाल हो गया। साढ़े बच्चे चलो कई के नंबर फीड ने, तो 12-1 बजे स्टेटस पा रहे होंगे ने। तो मैं सोचता होना कि बाणी पढ़ रहे हैं 12 बजे उठ के, कि 12 बजे 1 बजे कोई सोएगा तो उठेगा कदों जी। हूँ तो यहो महाराज ने कहा तेन जंगल वर्गा एकांत तेनों घर च प्राप्त हो सकता जो अमृत वेले की संभाल करेगा। रब जंगल च नहीं है, रब तो साढ़े अंदर है। असी शब्द राही उन्होंने, जिवें महाराज ने अमृत की गल की भी अमृत का खूह है साढ़े अंदर। अंतर खूहटा अमृत भरिया शब्द काढ़ की है। ਹੁਣ ਅੰਮ੍ਰਿਤ ਪੀਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ, ਉਹ ਤੇ ਅੰਦਰੋਂ ਹੀ ਝਿਮ ਵਰਸੇ ਅੰਮ੍ਰਿਤ ਤਾਜ਼ਾ ਮਨ ਪੀਵੇ ਸੋਣ। ਸਾਰੀ ਗੱਲ ਸ਼ਬਦ ਤੋਂ ਚੱਲਣੀ ਹੈ। ਸ਼ਬਦ ਨੇ ਸਾਡੀ ਅਗਵਾਈ ਕਰਨੀ, ਸ਼ਬਦ ਦੇ ਰਾਹੀਂ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਕਿਤੇ ਵੀ ਆਪਾਂ ਮੰਨ ਲਓ ਦਿੱਲੀ ਜਾਣਾ ਤੇ ਇਕੱਲਾ ਤੁਹਾਨੂੰ ਉਹ ਜਿਹੜਾ ਬੋਰਡ ਹੈ ਜੇ ਉਹਦੇ ਤੇ ਕੁਝ ਲਿਖਿਆ ਨਹੀਂ, ਸ਼ਬਦ ਲਿਖਿਆ ਵੀ ਇੰਨੇ ਕਿਲੋਮੀਟਰ ਭਾਈ ਦਿੱਲੀ ਦੂਰ ਹੈ ਜਾਂ ਫਲਾਣਾ, ਉਹ ਸ਼ਬਦ ਹੀ ਸਾਡੀ ਅਗਵਾਈ ਕਰਦਾ ਉਸ ਸਮੇਂ ਦੀ ਲਿਖਿਆ ਹੋਇਆ ਹੈ। ਇਸ ਕਰਕੇ ਜਿਸ ਮੰਜ਼ਿਲ ਤੇ ਅਸੀਂ ਪਹੁੰਚਣਾ ਸਾਨੂੰ ਸ਼ਬਦ ਨੇ ਪਹੁੰਚਾਉਣਾ। ਉਹ ਜਿਹੜਾ ਰਾਜਾ ਸੀ ਉਹ ਘਰ ਬਾਰ ਛੱਡ ਜਾਂਦਾ ਤੇ ਉਹ ਜੰਗਲ 'ਚ ਚਲਾ ਜਾਂਦਾ। ਦਾਸ ਜੀ ਨੇ ਜਿਹੜੀ ਬੇਨਤੀ ਕੀਤੀ ਹੈ ਸਾਡਾ ਸਿਧਾਂਤ ਨਹੀਂ ਹੈ ਘਰ ਬਾਰ ਛੱਡ ਕੇ, ਅਸੀਂ ਤੇ ਗਿਆਨ ਦਿੰਦਾ ਗਿਆਨ ਨਾਲ ਧਿਆਨ ਦਿੰਦਾ ਧਿਆਨ ਗੁਰ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਅਸੀਂ ਤੇ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੈ ਉਪਦੇਸ਼। ਅਸੀਂ ਕੰਨ ਪੜਵਾ ਕੇ ਦਾ ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ ਜੋਗ ਨਾ ਮੁੰਦੀ ਮੂਡ ਮੰਡਾਏ ਜੋਗ ਨਾ ਸਿੰਘ ਵਾਈਏ ਅੰਜਨ ਮਾਹਿ ਨਿਰੰਜਨ ਰਹੀਏ ਜੋਗ ਜੁਗਤ ਇਹ। ਅਸੀਂ ਜੋਗੀ ਬਣ ਲਈ ਕੰਨ ਨਹੀਂ ਪੜਾਉਣੇ ਹੈ, ਅਸੀਂ ਸਵਾਹ ਨਹੀਂ ਮੰਨਣੀ ਹੈ, ਅਸੀਂ ਖੱਪੜੀ ਨਹੀਂ ਪੈਣੀ, ਅਸੀਂ ਡੰਡਾ ਨਹੀਂ ਪਕੜਨਾ ਹੈ, ਅਸੀਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨਾ ਹੈ। ਨਾਨਕ ਘਰ ਬੈਠਿਆਂ ਜੋਗ ਪਾਈਏ। ਮਹਾਰਾਜ ਕਹਿੰਦੇ ਬਹੁਤਿਆਂ ਦੇ ਘਰ ਛੱਡ ਕੇ ਰੱਬ ਨੂੰ ਮਿਲਣਾ ਹੈ। ਦੇਸ਼ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਪਿਆ ਬਕਾਰ ਤੋਂ ਆਪਣੇ ਨਾਲ ਚੁੱਕੀ ਫਿਰਦਾ। ਘਰ ਨਹੀਂ ਸੀ ਛੱਡਣਾ, ਬਕਾਰ ਛੱਡਣੇ ਹੀ। ਘਰ ਛੱਡਤਾ ਬਕਾਰ ਅੰਦਰ ਹੀ ਨੇ, ਰੱਬ ਨੂੰ ਮਿਲੇਗਾ।
ਉਹ ਰਾਜਾ ਆਪਣਾ ਘਰ-ਬਾਰ ਰਾਜ ਛੱਡ ਕੇ ਜੰਗਲ 'ਚ ਚਲਾ ਜਾਂਦਾ ਹੈ। ਉਹ ਤੁਰਿਆ ਫਿਰਦਾ, ਫਲ ਫੁੱਲ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਚਲੋ ਕਿਤੇ ਨਾ ਕਿਤੇ ਇੱਛਾ ਤੇ ਰੱਬ ਨੂੰ ਮਿਲਦੀ ਹੋਏਗੀ, ਸ਼ਾਇਦ ਘਰ ਛੱਡਿਆ ਰੱਬ ਮਿਲੇਗਾ। ਉਹ ਜਿਹੜੇ ਪ੍ਰਜਾ ਦੇ ਲੋਕ ਸਨ ਜਾਂ ਜਿਹੜੇ ਉਹਦੇ ਪੁੱਤਰ ਰਾਜੇ ਦੇ ਰਿਸ਼ਤੇਦਾਰ ਸਨ, ਉਹਦੇ ਬੇਟੇ ਨੂੰ ਆਣ ਕੇ ਕਹਿੰਦੇ ਕਿ ਤੂੰ ਕਾਹਦਾ ਰਾਜਾ ਹੈ, ਤੇਰਾ ਬਾਪ ਤੇ ਫਲ ਫੁੱਲ ਖਾ ਕੇ ਗੁਜ਼ਾਰਾ ਕਰਦਾ ਹੈ, ਤੇ ਤੈਨੂੰ ਉਹਨੂੰ ਇੱਥੇ ਬਿਠਾ ਕੇ ਪ੍ਰਸਾਦਾ ਪਾਣੀ ਛਕਾਉਣਾ ਚਾਹੀਦਾ, ਇੱਥੇ ਵੀ ਉਹ ਬੈਠ ਕੇ ਜੰਮ ਸਕਦਾ ਹੈ। ਉਹ ਕਈ ਵਾਰੀ ਆਪਣੇ ਪਿਤਾ ਜੀ ਨੂੰ ਲੈਣ ਵਾਸਤੇ ਜੰਗਲ 'ਚ ਜਾਂਦਾ, ਕਹਿੰਦਾ ਪਿਤਾ ਜੀ ਤੁਸੀਂ ਘਰੇ ਆਣ ਕੇ ਬੈਠੋ, ਸਾਡੇ ਕੋਲ ਰਾਜ ਪਾ ਕੇ ਇੰਨਾ ਚੰਗਾ ਨਹੀਂ ਲੱਗ ਰਿਹਾ, ਫਟੇ ਹੋਏ ਕੱਪੜੇ ਤੁਸੀਂ ਸਰੀਰ ਤੇ ਪਾ ਕੇ ਪੂਰੇ ਫਿਰਦੇ ਜੰਗਲ ਦੇ ਅੰਦਰ। ਉਹ ਨਾ ਤੇ ਆਪਣੇ ਪੁੱਤਰ ਦੇ ਕਹਿਣ ਤੇ ਆਉਂਦਾ, ਕਈ ਵਾਰੀ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਗਿਆ, ਹੋਰ ਵੀ ਸੰਗੀਆਂ ਨੂੰ ਰਾਜਿਆਂ ਦੇ ਨੂੰ ਲੈ ਕੇ ਉਹ ਨਹੀਂ ਵਾਪਸ ਆਉਂਦਾ। ਇੱਕ ਦਿਨ ਫਿਰ ਕਿਸੇ ਨੂੰ ਲੈ ਕੇ ਆਪਣੇ ਬਾਪ ਨੂੰ ਵਾਪਸ ਲਿਆਉਣ ਦੀ ਜਾਂਦਾ, ਕਹਿੰਦਾ ਜੀ ਅਸੀਂ ਰਾਜੇ ਹਾਂ, ਤੁਸੀਂ ਇਹ ਗੱਲ ਕਿਉਂ ਭੁੱਲਦੇ ਹੋ? ਉਹ ਹੱਸ ਕੇ ਕਹਿੰਦਾ ਵੀ ਮੈਂ ਰਾਜਾ ਹੀ ਹੈ। ਉਹ ਜਿਹੜਾ ਜੰਗਲ ਕਹਿੰਦੇ ਜੀ ਰਾਜੇ ਤੇ ਹੈ, ਪਰ ਹਾਲਤ ਤੁਹਾਡੀ ਠੀਕ ਨਹੀਂ ਹੈ। ਨਾਲ ਦੇ ਉਹ ਰਾਜੇ ਦੇ ਬੇਟੇ ਦੇ ਦੋਸਤਾਂ ਨੇ ਕਿਹਾ ਜਾਂ ਰਿਸ਼ਤੇਦਾਰ ਜਿਹੜੇ ਨਾਲ ਗਏ, ਕਹਿੰਦੇ ਜੀ ਤੁਸੀਂ ਤੇ ਘਰੇ ਬੈਠ ਕੇ ਚੰਗੀਆਂ ਸਹੂਲਤਾਂ ਮਾਣ ਸਕਦੇ ਹੋ, ਤੁਸੀਂ ਸਾਰਾ ਕੁਝ ਛੱਡਿਆ, ਇਹ ਗੱਲ ਠੀਕ ਨਹੀਂ। ਉਹਦੇ ਕੋਲ ਇੱਕ ਸੂਈ ਹੀ, ਉਹ ਜਿਹੜਾ ਰਾਜਾ ਤਿਆਗੀ ਹੋ ਗਿਆ ਤੇ ਉਹਨੇ ਨਦੀ ਦੇ ਕੰਢੇ ਤੇ ਬੈਠੇ ਸੂਈ ਨਦੀ 'ਚ ਸੁੱਟ ਦਿੱਤੀ। ਆਪਣੇ ਪੁੱਤਰ ਨੂੰ ਕਹਿੰਦਾ ਵੀ ਇਹ ਸੂਈ ਮੈਨੂੰ ਨਦੀ 'ਚੋਂ ਕੱਢ ਕੇ ਲਿਆ ਦੇ, ਮੈਂ ਤੇਰੇ ਨਾਲ ਵਾਪਸ ਜਾਣ ਦੀ ਤਿਆਰ ਹਾਂ। ਉਹ ਚਲੋ ਭਗਤਮਾਲਾ ਦੇ ਅੰਦਰ ਇਹ ਜਿਹੜਾ ਪ੍ਰਸੰਗ ਲਿਖਿਆ ਗੁਰਮੁਖਾਰਾਂ ਨੇ, ਭਗਤ ਬਾਣੀ ਦੇ ਅਰਥ ਕਰਨ ਵਾਲਿਆਂ ਨੇ, ਕਹਿੰਦੇ ਵੀ ਜਦੋਂ ਉਹ ਸੂਈ ਨੂੰ ਖੋਜਦਾ, ਉਹਦਾ ਬੇਟਾ ਕਿਸੇ ਤਰੀਕੇ ਨਾਲ ਉਹ ਸੂਈ ਪ੍ਰਾਪਤ ਨਹੀਂ ਹੁੰਦੀ ਹੈ। ਉਹ ਨਦੀ 'ਚ ਡਿੱਗੀ ਸੂਈ ਕਿਵੇਂ ਮਿਲੇ? ਉਹ ਸਾਰੇ ਹਾਰ ਜਾਂਦੇ, ਕਹਿੰਦੇ ਪਿਤਾ ਜੀ ਉਹ ਸੂਈ ਨੇ ਮਿਲਣੀ, ਤੁਸੀਂ ਘਰੇ ਚੱਲੋ। ਉਹ ਕਹਿੰਦਾ ਹੁਣ ਸੂਈ ਮੈਂ ਪ੍ਰਾਪਤ ਕਰਕੇ ਵਿਖਾਵਾਂ ਤੁਹਾਨੂੰ। ਉਹਨੇ ਕਹਿੰਦੇ ਵੀ ਇੱਕ ਮੱਛੀ ਨੂੰ ਆਵਾਜ਼ ਮਾਰੀ, ਉਹ ਨਦੀ ਦੇ ਕੰਢੇ ਤੇ ਬੈਠਾ, ਕਹਿੰਦਾ ਮੱਛੀ ਮੇਰੀ ਸੂਈ ਡਿੱਗ ਪਈ ਹੈ ਨਦੀ ਦੇ ਅੰਦਰ ਤੇ ਤੁਸੀਂ ਲੈ ਕੇ ਆਓ। ਕਹਿੰਦੇ ਉਹ ਮੱਛੀ ਤੇ ਸੂਈ ਪਕੜਾਈ ਉਸ ਰਾਜੇ ਨੂੰ। ਉਹ ਆਪਣੇ ਬੇਟੇ ਨੂੰ ਕਹਿੰਦਾ ਦੱਸੋ ਇੱਕ ਥੋੜ੍ਹੀ ਜਿਹੀ ਬੰਦਿਆਂ ਤੇ ਰਾਜ ਕਰਾਂਗੇ, ਜਿਹੜਾ ਰੱਬ ਨੇ ਮੈਨੂੰ ਰਾਜ ਦਿੱਤਾ ਇਹ ਭੋਗਾ। ਅਸਲ ਦੇ ਅੰਦਰ ਰਾਜਾ ਇਹ ਹੁੰਦਾ ਜਿਹੜਾ ਜਿਉਂਦਿਆਂ ਉਸ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਜਾਂਦਾ ਹੈ। ਆਪਾਂ ਬਚਨ ਪੜ੍ਹੇ, ਕੋਊ ਹਰ ਸਮਾਨ ਨਹੀਂ, ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਦਾ। ਆਪ ਦੁਨਿਆਵੀ ਰਾਜੇ ਦੇ 4 ਦਿਨਾਂ ਵਾਸਤੇ ਆ ਸਰਕਾਰਾਂ ਵਰਦੀਆਂ ਨੇ, 5 ਸਾਲਾਂ ਬਾਅਦ ਉਹਨਾਂ ਨੂੰ ਖਤਰਾ। 5 ਸਾਲ ਦੂਰ ਦੀ ਗੱਲ, ਜੇ ਕੰਮ ਨਾ ਕਰਨ ਬੜੀ ਜਲਦੀ ਖਤਰਾ ਪੈ ਜਾਂਦਾ ਹੈ ਵੀ ਕੱਲ੍ਹ ਨੂੰ ਕੋਈ ਸਾਡੀ ਕੁਰਸੀ ਨੂੰ ਖੋਹ ਵੀ ਸਕਦਾ ਹੈ। ਇਹ 4 ਦਿਨਾਂ ਦੇ ਰਾਜੇ ਹੈ। ਰੱਬ ਸਦਾ ਵਾਸਤੇ ਉਹਦੀ ਪਦਵੀ ਅਟਲ ਹੈ। ਇਹ ਨਹੀਂ ਵੀ ਰੱਬ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕਿਸੇ ਦਾ ਥਾਪਿਆ ਨਹੀਂ ਬੈਠਾ ਹੋਇਆ ਰੱਬ। ਰਾਜਨ ਤੁਮ ਹੋ ਸਭ ਰਾਜਨ ਕੇ ਰਾਜਾ। ਤੇ ਜਦੋਂ ਉਹਦੀ ਬਰਾਬਰਤਾ ਕੋਈ ਪ੍ਰਾਪਤ ਕਰ ਸਕਦਾ ਨਾ, ਉਹ ਬਖਸ਼ਣ ਦੇ 'ਚ ਵਰਤਦੀਆਂ। ਚਲੋ ਅਸੀਂ ਬਚਨ ਵਰਤਦੇ ਵੀ ਗੁਰੂ ਸਾਹਿਬ ਵਾਲੇ ਗੁਣ ਕਿਸੇ ਸਿੱਖ 'ਚ ਆ ਜਾਣ ਤੇ ਉਹ ਖਾਲਸਾ ਮੇਰੋ ਰੂਪ ਹੈ ਖਾਸ, ਉਹ ਗੁਰੂ ਵਰਗਾ ਦਿਖਾਈ ਦਿੰਦਾ ਹੈ। ਜਦੋਂ ਕਿਤੇ ਹੁਣ ਕੁਦਰਤੀ ਆਫਤ ਕਿਤੇ ਆਉਂਦੀ ਤੇ ਸਿੱਖ ਦਵਾਈਆਂ ਲੈ ਕੇ ਜਾਂ ਲੰਗਰ ਲੈ ਕੇ ਪਹੁੰਚ ਜਾਂਦੇ ਨੇ, ਤੇ ਉਹ ਛਕਣ ਵਾਲੇ ਕਹਿੰਦੇ ਜਿਨ੍ਹਾਂ ਦੀ ਲੋੜਵੰਦਾਂ ਦੀ ਜ਼ਰੂਰਤ ਪੂਰੀ ਹੁੰਦੀ, ਉਹ ਕਹਿੰਦੇ ਸਾਡੇ ਵਾਸਤੇ ਤੇ ਬਾਬਾ ਨਾਨਕ ਹੀ ਲੰਗਰ ਲੈ ਕੇ ਉਹਨੇ 20 ਰੁਪਈਆਂ ਦਾ ਜਿਹੜਾ, ਹਾਲਾਂਕਿ ਗਏ ਉੱਥੇ ਸਿੱਖ ਹੈ, ਪਰ ਗੁਰੂ ਨਾਨਕ ਸਾਹਿਬ ਵਾਲਾ ਗੁਣ ਉਹਨਾਂ ਨੇ ਉਹ ਸਿੱਖਾਂ ਦੇ ਵਿੱਚ ਨਹੀਂ ਵੇਖਿਆ। ਤੇ ਉਹਨਾਂ ਨੇ ਗੁਰੂ ਸਾਹਿਬ ਉਹ ਗੁਣ ਕਰਕੇ ਗੁਰੂ ਸਾਹਿਬ ਵਰਗਾ, ਤੇ ਸਾਡਾ ਗੁਰੂ ਇਸ ਕਰਕੇ ਰੱਬ ਵਰਗਾ ਵੀ ਉਹ ਰੱਬ ਵਾਲੇ ਗੁਣ ਨੇ ਸਾਡੇ ਗੁਰੂ ਦੇ ਅੰਦਰ। ਮੂਲ ਮੰਤਰ 'ਚ ਰੱਬ ਦੇ ਗੁਣਾਂ ਦੀ ਗੁਰੂ ਸਾਹਿਬ ਨੇ ਗੱਲ ਕੀਤੀ, ਉਹ ਸਾਰੇ ਗੁਣ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਹੈ, 10 ਪਾਤਸ਼ਾਹੀਆਂ ਦੇ। ਇਸ ਕਰਕੇ ਸਾਡਾ ਗੁਰ ਪਰਮੇਸ਼ਰ ਇੱਕੋ ਜਾਣਾ ਹੀ, ਕਹਿੰਦੇ ਗੁਰੂ ਤੇ ਰੱਬ 'ਚ ਕੋਈ ਅੰਤਰ ਨਹੀਂ ਹੈ। ਇਸ ਤਰ੍ਹਾਂ ਭਾਈ ਜਦੋਂ ਕੋਈ ਜਪਣ ਵਾਲਾ ਹਰ ਹਰ ਜਨ ਦੋਏ ਏਕ ਹੈ, ਜਦੋਂ ਹਰ ਤੇ ਹਰ ਦਾ ਜਨ ਇੱਕ ਹੋ ਜਾਂਦੇ ਨੇ, ਫਿਰ ਇਹੋ ਜਿਹਾ ਰਾਜ ਦੱਸੋ ਦੂਸਰੇ ਕਿਸੇ ਕੋਲ ਹੋ ਸਕਦਾ ਹੈ? ਇਹ ਤੇ ਅਟੱਲ ਪਦਵੀ ਹੈ ਜਿਹੜੀ ਖੁੱਸਦੀ ਨਹੀਂ ਕਦੇ। ਇਹਦੇ ਮਹਾਰਾਜ ਨੇ ਇਹੀ ਬਚਨ ਕਹੇ, ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਉਹੀ ਅਸਲ ਦੇ ਵਿੱਚ ਰਾਜਾ ਹੈ ਜਿਹੜਾ ਉਹਨੂੰ ਜਪਦਾ ਹੈ, ਜਿਹੜਾ ਉਹਨੂੰ ਸੇਵਦਾ ਹੈ, ਉਹ ਰਾਜ ਅਟੱਲ ਹੈ, ਉਹ ਰਾਜ ਕਦੇ ਖੁੱਸੇਗਾ ਨਹੀਂ, ਉਹ ਸ੍ਰਿਸ਼ਟੀ ਤੇ ਫਿਰ ਰਾਜ ਕਰਦਾ ਹੈ ਜੀ। ਮਹਾਰਾਜ ਕਹਿੰਦੇ ਜਪਣ ਵਾਲਾ ਹੀ ਅਸਲ ਦੇ ਵਿੱਚ ਰਾਜਾ ਹੈ। ਬਚਨ ਬੜੇ ਪਿਆਰੇ, ਜੋ ਪ੍ਰਭ ਸੁਖ ਜੋ ਪ੍ਰਭ ਸੁਖ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ। ਰਾਜਾ ਬਣ ਕੇ ਉਹ ਜੀਵ ਸੁਖ ਨਹੀਂ ਪ੍ਰਾਪਤ ਕਰ ਸਕਦਾ ਜਿਹੜਾ ਗੁਰੂ ਦੀ
परमात्मा की सेवा तो सुख प्राप्त होना है। हुण गुरु ते रब की सेवा की है? गुरु की आग्या च चलना गुरु की सेवा, रब नूं जपना ही रब की सेवा है। हर की टहल कमावनी जपिए प्रभ का, ਉਹਦੀ ਟਹਿਲ ਕਮਾਉਣੀ, ਉਹਦਾ ਨਾਮ ਜਪਣਾ। ਨਾਮ ਜਪਣ ਵਾਲਾ ਹੀ ਸਭ ਤੋਂ ਸ਼੍ਰੇਸ਼ਟ ਹੈ, ਨਾਮ ਜਪਣ ਵਾਲਾ ਹੀ ਸਭ ਤੋਂ ਸ਼੍ਰੋਮਣੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਪ੍ਰਭੂ ਦੀ ਗੋਬਿੰਦ ਦੀ ਸੇਵਾ 'ਚ ਉਹ ਰਾਜਾ ਬਣ ਕੇ ਕੋਈ ਸੁਖ ਨਹੀਂ ਪ੍ਰਾਪਤ ਕਰ ਸਕਦਾ। ਹਾਂ, ਜਪ ਕੇ ਕੋਈ ਰਾਜ ਪ੍ਰਾਪਤ ਕਰ ਸਕਦਾ। ਇਹ ਸੁਰਤ ਦਾ ਰਾਜ ਹੈ, ਦੁਨਿਆਵੀ ਰਾਜ ਨਹੀਂ ਹੈ। ਤੇ ਬਹੁਤੇ ਮਾਫ ਕਰਨਾ, ਜਪਦੇ ਨੇ ਦੁਨਿਆਵੀ ਪਦਵੀਆਂ ਵਾਸਤੇ, ਮੈਨੂੰ ਆਹ ਕੁਝ ਮਿਲ ਜੇ, ਆਹ ਕੁਝ ਮਿਲ ਜੇ, ਆਹ ਕੁਝ ਮਿਲ ਜੇ। ਉਹ ਫਿਰ ਸੁਰਤ ਦਾ ਅੰਦਰ ਦਾ ਰਾਜ ਨਹੀਂ ਪ੍ਰਾਪਤ ਕਰ ਸਕਦੇ। ਜਿੱਥੇ ਸਤਿਗੁਰੂ ਲਿਜਾਣਾ ਚਾਹੁੰਦੇ ਜਿਸ ਪਦਵੀ 'ਤੇ, ਉਹਨੂੰ ਆਪਾਂ ਚਲੋ 3 ਗੁਣਾਂ ਤੋਂ ਉੱਪਰਲੀ ਜਿਹੜੀ ਪਦਵੀ ਹੈ, ਰਜੋ ਤਮੋ ਸਤੋ ਗੁਣ ਤੋਂ, ਇਹਨੂੰ ਸਹਿਜ ਅਵਸਥਾ ਕਹਿ ਲਓ, ਇਹਨੂੰ ਆਤਮਿਕ ਅਡੋਲਤਾ ਕਹਿ ਲਓ, ਅਸਲ ਵਿੱਚ ਇੱਥੇ ਹੀ ਮਨੁੱਖ ਰਾਜ ਭੋਗਦਾ ਜਾ ਕੇ। ਹੁਣ ਭੱਟ ਸਾਹਿਬਾਨ ਕਹਿੰਦੇ 2 ਬਖਸ਼ਿਸ਼ਾਂ ਗੁਰੂ ਰਾਮਦਾਸ ਜੀ ਤੇ ਵਰਤੀਆਂ, ਰੱਬ ਨੇ ਵਰਤਾਈਆਂ ਵੀ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ। ਸਤਿਗੁਰੂ ਰਾਜੇ ਵੀ ਨੇ, ਸਤਿਗੁਰੂ ਜੋਗੀ ਵੀ ਨੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਰਾਜ ਸਥਾਪਿਤ ਕੀਤਾ। ਪਹਾੜੀ ਰਾਜੇ ਨੂੰ ਤਕਲੀਫ ਇਸ ਗੱਲ ਦੀ ਹੋਈ ਕਿ ਮਹਾਰਾਜ ਮੌਕੇ 'ਤੇ ਫੈਸਲੇ ਕਰਨ ਲੱਗੇ, ਉਹਨੇ ਕੇਸ ਰਾਜਿਆਂ ਕੋਲ ਨਹੀਂ ਜਾਂਦੇ, ਉਦੋਂ ਰਾਜੇ ਨਿਆਂ ਕਰਦੇ ਸੀ। ਜਿੰਨੇ ਕੇਸ ਗੁਰੂ ਘਰ ਦੇ ਅੰਦਰ ਆਉਂਦੇ ਹਨ, ਮਹਾਰਾਜ ਮੌਕੇ 'ਤੇ ਹੱਲ, ਪਾਪ ਕਰਨ ਵਾਲੇ ਨੂੰ, ਜੁਰਮ ਕਰਨ ਵਾਲੇ ਨੂੰ ਨਾਲ ਦੀ ਨਾਲ ਸਜ਼ਾ ਤੇ ਲੋੜਵੰਦ ਦੀ ਲੋੜ ਮਹਾਰਾਜ ਪੂਰੀ ਕਰਦੇ ਹਨ। ਉਹਨੇ ਕੇਸ ਅਦਾਲਤਾਂ 'ਚ ਨਹੀਂ ਜਾਂਦੇ ਰਾਜਿਆਂ ਕੋਲ ਜਿੰਨੇ ਗੁਰੂ ਗੋਬਿੰਦ ਸਿੰਘ। ਉਹਨਾਂ ਨੇ ਇੱਕ ਰਾਜ ਸਥਾਪਿਤ ਕੀਤਾ ਤੇ ਮਹਾਰਾਜ ਜੋਗੀ ਵੀ ਸਨ। ਕਿਸੇ ਸਮੇਂ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ 'ਤੇ 1.25 ਲੱਖ ਦੀ ਸਿੰਘਾਸਨ 'ਤੇ ਚੌਂਕੜਾ ਮਾਰਦੇ ਰਹੇ। 1.25 ਲੱਖ ਦਾ ਚੌਰ ਸਿੰਘ ਮਹਾਰਾਜ ਦੇ ਸੀਸ 'ਤੇ ਝੁੱਲਦਾ ਰਿਹਾ। 1.25 ਲੱਖ ਦੇ ਘੋੜੇ ਦੀ ਸਵਾਰੀ ਮਹਾਰਾਜ ਕਰਦੇ ਰਹੇ। 1.25 ਲੱਖ ਦਾ ਹਥਿਆਰ ਆਪਣੇ ਹੱਥ 'ਚ ਪਕੜਦੇ ਰਹੇ। 1.25 ਲੱਖ ਦੇ ਘੋੜੇ ਦੀ ਮਹਾਰਾਜ ਨੇ ਸਵਾਰੀ ਕੀਤੀ ਹੈ। ਤੇ 1.25 ਲੱਖ ਦੇ ਘੋੜੇ ਦੀ ਸਵਾਰੀ, 1.25 ਲੱਖ ਦਾ ਹਾਥੀ ਮਹਾਰਾਜ ਕੋਲ, 1.25 ਲੱਖ ਦਾ ਚੌਰ ਸਾਹਿਬ, 1.25 ਲੱਖ ਦਾ ਸਿੰਘਾਸਣ। ਉੱਥੇ ਮਹਾਰਾਜ ਰਾਜੇ ਹੈ। ਤੇ ਜਿੱਦਣ ਇਹੋ ਜਿਹਾ ਸਮਾਂ ਆ ਜਾਂਦਾ, ਮਹਾਰਾਜ ਰੋੜਾਂ 'ਤੇ ਵੀ ਬੜੇ ਆਨੰਦ ਦੇ ਨਾਲ ਸੌਂਦੇ ਹੈ। ਸਭ ਕੁਝ ਛੱਡ ਕੇ ਵੀ ਮਹਾਰਾਜ ਉਸੇ ਅਵਸਥਾ 'ਚ ਹੈ। ਤੇ ਜਿੱਦਣ ਤਖਤ 'ਤੇ ਬਹਿੰਦੇ ਨੇ ਮਹਾਰਾਜ ਫਿਰ ਵੀ ਉਸੇ ਅਵਸਥਾ 'ਚ ਵਿਚਰਦੇ ਹੈ। ਇਹਨੂੰ ਰਾਜ ਤੇ ਜੋਗ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਬਖਸ਼ਿਸ਼ ਜਪਣ ਵਾਲੇ ਤੇ ਵਰਤਦੀ ਹੈ, ਉਹ ਤਿਆਗੀ ਵੀ ਹੁੰਦਾ ਹੈ, ਉਹ ਰਾਜ ਵੀ ਮਾਣਦਾ ਹੈ ਜੀ। ਸੁਰਤ ਕਰਕੇ ਅਵਸਰ ਹਰ ਜਸ ਗੁਣ ਰਮਣ, ਅਵਸਰ ਦਾ ਅਰਥ ਸਮਾਂ ਹੁੰਦਾ ਹੈ ਜੀ। ਮਹਾਰਾਜ ਕਹਿੰਦੇ ਨਾ, ਅਵਸਰ ਬੀਤਿਓ ਜਾਤ ਹੈ ਕਹਿਓ ਮਾਣ ਲੈ। ਮੇਰੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਬੰਦਿਆ ਜਿਹੜਾ ਵਾਹਿਗੁਰੂ ਨੇ ਤੈਨੂੰ ਸਮਾਂ ਦਿੱਤਾ ਸੀ ਉਹ ਲੰਘਦਾ ਜਾ ਰਿਹਾ। ਮੇਰੀ ਕਹੀ ਹੋਈ ਗੱਲ ਨੂੰ ਮੰਨ, ਉਪਦੇਸ਼ ਦੀ ਕਮਾਈ ਕਰ। ਇੱਥੇ ਮਹਾਰਾਜ ਕਹਿੰਦੇ ਅਵਸਰ ਹਰ ਜਸ ਗੁਣ ਰਮਣ, ਜਿਹੜੇ ਸਮੇਂ ਨੂੰ ਸੰਭਾਲ ਲੈਂਦੇ ਆ, ਸਮਾਂ ਵਿਅਰਥ ਨਹੀਂ ਜਾਣਦੇ। ਅਸਲ ਵਿੱਚ ਨਾ, ਜਿੱਧਰ ਸਾਨੂੰ ਇਸ ਸਮੇਂ ਦੀ ਵੈਲਿਊ ਪਤਾ ਲੱਗ ਗਈ, ਸਵਾਸ ਕਿੰਨੇ ਕੁ ਕੀਮਤੀ ਹੈ, ਉਸ ਦਿਨ ਅਸੀਂ ਸੰਭਾਲਣਾ ਸ਼ੁਰੂ ਕਰਾਂਗੇ। ਨਹੀਂ ਤੇ ਨਹੀਂ ਕਿ ਸਭ ਕੁਝ ਵਿਅਰਥ ਜਾ ਰਿਹਾ। ਜਿੰਨੇ ਸਾਲ ਲੰਘੇ, ਭੋਗ ਦੇ ਸ਼ਲੋਕਾਂ ਦੀ ਪਹਿਲੀ ਪੰਕਤੀ 'ਚ ਮਹਾਰਾਜ ਨੇ ਕਿਹਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀੜ। ਜਿੰਨੇ ਅਸੀਂ ਬੈਠੇ ਆ ਨਾ, ਜਦੋਂ ਅਸੀਂ ਸ਼ਲੋਕ ਸੁਣਦੇ ਹੁੰਦੇ, ਮਹਾਰਾਜ ਸਾਡੇ ਵੱਲ ਵੇਖ ਕੇ ਕਹਿੰਦੇ ਹੁੰਦੇ ਆ, ਕਹਿੰਦੇ ਭਾਈ ਹਜੇ ਤੱਕ ਜੇ ਨਹੀਂ ਗੁਣ ਗਾਏ ਤੇ ਜਨਮ ਵਿਅਰਥ ਲੰਘ ਗਿਆ। ਜਿੰਨੇ ਸਾਲਾਂ ਦਾ ਹੈ ਉਹ ਸਾਲ ਵਿਅਰਥ ਚਲੇ ਗਏ। ਇੱਥੇ ਮਹਾਰਾਜ ਕਹਿੰਦੇ ਜਿਹੜੇ ਸਮੇਂ ਨੂੰ ਸੰਭਾਲ ਲੈਂਦੇ ਆ, ਸਾਨੂੰ ਸਮੇਂ ਦੀ ਕੀਮਤ ਦਾ ਪਤਾ ਨਹੀਂ ਹੈ। ਸਭ ਤੋਂ ਕੀਮਤੀ ਸਮਾਂ ਹੈ ਜੇ ਅਸੀਂ ਸੰਭਾਲਦੇ। ਧਨ ਦੀ ਕੋਈ ਕੀਮਤ ਨਹੀਂ ਸਮੇਂ ਦੇ ਸਾਹਮਣੇ। ਵੈਸੇ ਸਾਡੇ ਸਾਰਿਆਂ ਦੇ ਜੀਵਨ ਤੋਂ ਪਹਿਲਾ ਸਮਾਂ ਗੁਜ਼ਰਿਆ, ਅਸੀਂ ਕੁਝ ਕਰ ਸਕਦੇ ਹਾਂ, ਅਸੀਂ ਕਿਤੇ ਪਹੁੰਚ ਸਕਦੇ ਹਾਂ, ਉਸ ਸਮੇਂ ਨੂੰ ਅਸੀਂ ਸੰਭਾਲਿਆ ਨਹੀਂ। ਫਿਰ ਅੱਜ ਅਸੀਂ ਹੁਣ ਬੱਚਾ ਹੈ, ਉਹਨੂੰ ਅਸੀਂ ਸਕੂਲ ਭੇਜਦੇ, ਉਹਦੀ ਰੋਜ਼ਾਨਾ ਹੀ ਕੋਸ਼ਿਸ਼ ਹੁੰਦੀ ਅੱਜ ਮੈਂ ਛੁੱਟੀ ਕਰਾਂ, ਅੱਜ ਮੈਂ ਸਕੂਲ ਨਹੀਂ ਜਾਣਾ, ਅੱਜ ਕਿਤੇ ਕਿਸੇ ਤਰੀਕੇ ਨਾਲ ਮੈਂ, ਤੇ ਅਸੀਂ ਉਹਨੂੰ ਡਾਂਟਦੇ ਹਾਂ। ਜਦੋਂ ਸਾਡੇ ਤੇ ਉਹ ਸਮਾਂ ਹੀ ਅਸੀਂ ਸਕੂਲ ਨਹੀਂ ਜਾਂਦੇ, ਅਸੀਂ ਉਹਨਾਂ ਪੜ੍ਹ ਨਹੀਂ ਸਕੇ ਜਿੰਨਾ ਸਾਨੂੰ ਪੜ੍ਹਨਾ ਚਾਹੀਦਾ ਸੀ, ਜਿੰਨੀ ਕਿ ਸਾਡੇ ਕੋਲ ਵਿੱਦਿਆ ਹੋਣੀ ਚਾਹੀਦੀ ਉਨੀ ਅਸੀਂ ਗ੍ਰਹਿਣ ਨਹੀਂ ਕਰ ਸਕੇ। ਪਰ ਸਮਾਂ ਲੰਘਿਆ, ਸਾਨੂੰ ਸੋਝੀ ਆਈ ਕਿ ਉਹ ਸਮਾਂ ਬੜਾ ਕੀਮਤੀ ਸੀ ਜੇ ਸਾਂਭਿਆ ਜਾਂਦਾ। ਅਸੀਂ ਹੁਣ ਬੱਚਿਆਂ ਨੂੰ ਕਹਿੰਦੇ ਹਾਂ, ਸਾਡੇ ਮਾਂ ਪਿਓ ਉਸ ਸਮੇਂ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਪੜ੍ਹ ਸਕੇ, ਭਾਈ ਇਹ ਸਮੇਂ ਨੂੰ ਸੰਭਾਲੋ। ਤੇ ਮਹਾਰਾਜ ਜਪਣ ਵਾਲਿਆਂ ਨੂੰ ਇਹੀ ਗੱਲ ਕਹਿੰਦੇ, ਭਾਈ ਹੁਣ ਸਮਾਂ ਹੈ, 184 ਭ੍ਰਮਤਿਆਂ ਦੁਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ। ਜਾਣ ਵਾਲਾ ਦਿਨ ਨੇੜੇ ਆ ਰਿਹਾ। ਸਮੇਂ ਦੀ ਸੰਭਾਲ ਕਰ। ਜਿਹੜੇ ਸਮੇਂ ਨੂੰ ਸੰਭਾਲਦੇ ਹਰ ਜਸ ਗੁਣਾਂ ਨੂੰ ਧਾਰਨ ਕਰਦੇ ਹਨ।
महाराज कहते बचन भी इशनान को कहते, महाराज ने अगला शब्द इशनान ही वरत्या। महाराज कहते करोड़ा तीर्थों का इशनान है जिहड़े उहनूं जपदे है। इत्थे 68 तीर्थ नहीं महाराज ने वरत्या, इत्थे करोड़ा तीर्थ महाराज ने शब्द वरत्या। तीर्थ नावन जाओ तीर्थ नाम है, तीर्थ शब्द विचार अंतर। जब मान लो आप कितने यात्रा जाते हैं 2200 किलोमीटर पैंडा तय करके, तो जे असीं शरीर का इशनान करके वापस मोड़ आए तो फिर गल तो नहीं बनेगी। महाराज कहते मन मैले सब कुछ मैला तन धोते मन असन होए। असीं उत्थे अंदर नूं भी धोना है जाके जिथे जाते हैं। शरीर का इशनान भी जरूरी है। मौलियां सतगुरां दे हत्थां दीआं बणीआं होईआं। ये सरोवर साहिब के टक महाराज ने आप लाए ने तो लवाए ने बाबा बुढ़ा जी उन्होंने। असीं इशनान करना है, पहला कर्म साडा गुरुद्वारे जाके इशनान करना है, फिर असीं अंदर का इशनान कराउणा है। जिथे दीवान सजे है, कथा चल रही, कीर्तन चल रहा है, बाणी पढ़ी जा रही है, उत्थे अंदर का इशनान कराउणा है। महाराज कहते जपना ही कोट तीर्थां का इशनान है। कहते कोई दो शरीर गए किसी सतपुर, कहते जी असीं 68 तीर्थों का इशनान करना चाहते हैं। वो महापुरख जपण वाले कहते भी जपो यही इशनान है। कहते जी नहीं जी असीं सुरखरू होना चाहते भी 68 तीर्थों का इशनान कर लिया तो असीं वो 10 दिन शायद तो माघ के महीने से बचन कहे हैं। महाराज कहते 8-60 तीर्थ सगल पुन जी दया प्रवान। किसी से तुहानूं तरस आ जाना, किसी की मदद कर देनी, अंदरों किसी का भला कर देना, 68 तीर्थों का इशनान है। वो महापुरखा ने कहा भी जपो यही इशनान है इत्थे। वो कहते नहीं जी असीं एक बारी तीर्थां ते जाना चाहुंदे हैं। कहते जी ठीक हो चलन लगे तो वो संत नूं महापुरख नूं कहते भी सानूं किवें पता लगेगा भी 68 तीर्थों का इशनान जिहड़ा वो साडा भी प्रवान हो गया है। उन्हें कहना फिर सुक्का होया सोटा ही उन्हें दिता महापुरखा ने। कहता इनू लै जाओ, जो तुहाडे इशनान प्रवान हो गए ना, ये सुक्का जिहड़ा ना सूख के काश ढलिया सी, रोज़ बचन पढ़ते हैं भी ये सुक्का सोटा हरिया हो जाएगा, तुहानूं पता लग जाएगा भी तुहाडा जिहड़ा इशनान सफल हो गया। वो 2-4 तीर्थां ते असीं गए इशनान किया, रस्ते च ही साडा हुण होया कि भी रात जिथे पैंदी उत्थे वो आराम करते हैं। वो टेक के वो सोडा जिहड़ा डंडा उन्होंने कुतका भी किया, वो हाथ च पकड़िया होया ते सराने रख के सौंदे हैं। वो रात को बैठे तो उत्थे ना कोई पिंड को लुट्टण वाले तो पिंड ते हमला करते होंदे हैं, डाका मारते जां पिंड को साड़ देंदे हैं ते जां वैसे लोगों को मार के लुट जाते हैं। वो जिवें सिकंदर वर्गे धावा बोलते हैं उन्होंने 3 हमले हिंदुस्तान से किए हैं, वो इतना ही करते हैं। जिवें करतारपुर का युद्ध होया, अद्धी रात को हमला होया गुरु हरगोबिंद सिंह महाराज के उपर, पैंदे खां लैके आया फौज सारी चली कि सुते पिया नूं मार दो तो लुट के गुरु घरों लै जाओ सारा कुछ। वो कह रहे भी सारे पिंड को अग ला दे असीं लुट लैना, तो इन्होंने हुण सुने कहते भी इन्होंने तो अगला पिंड उजाड़ देना मार देना। तो कह लगे भी अजे थोड़ा जिहा आराम कर लो तो आपां भी फिर अद्धी रात तो बाद पिंड को साड़ देंगे तो असीं लुट के जाना। हुण इन्होंने सुन लिया तो ये दौड़ के उस पिंड च गए, कहते भी तुहाडे पिंड ते हो जाना जी हमला, पता नहीं किन्ने क मरोगे, तुहानूं लुट के सुचेत होवो। वो सचेत होए तो ये उन्होंने दस के अगे निकल गए, अगे विश्राम किया, रात सुते सवेरे उठे तो सोडा हरिया होया। चलो कुछ गल्लां समझण वास्ते होंदियां, ये नहीं है कि वरतियां ने जां नहीं वरतियां, सिक्ख्या लैण वास्ते कोई गल्लां बनाईयां भी होंदियां। वो सोटा हरिया होया, वो वापस आ गए, कहते 68 तीर्थां ते गए ही नहीं असीं, और सोटा हरिया हो गया तो मतलब प्रवान हो गए। फिर महापुरख कोल आए, उन्होंने कहा दया करनी सिमरन करना ही 68 तीर्थों का इशनान है। प्रोफैसर सहब सिंह ने टीका किया गुरु ग्रंथ साहिब दास ये आधार पर अर्थ सरवण कराते। उन्होंने भी कहा भी साडा दोस्त सी, मैं उन्होंने मिलन गया तो वह बाप बड़े प्यार नाल कहंदा जी आपां 68 तीर्थों का इशनान करके आए हैं। तो कहता मैं 4 को गल्लां इहो जिहियां कीतियां मेरे गाल ही पै गया। तो कहता मैं हस के क्या कहता बापू 68 तीर्थों का इशनान तो कर रहे हैं, कुड़तन तो तेरे अंदरों गई नहीं है। भगत कबीर जी कहते ना लौकी 8-60 तीर्थ नहाई कौड़ा पान, तो उन्होंने 68 तीर्थों से जाके तो साडा जिहड़ा जीवन वो बड़ा दयावान, बड़ा सत संतोख, वो साडे अंदर धर्म होना चाहिए है। 68 तीर्थों से इशनान करके उहो जे हो जाई। वो फिर समझाते कहते 68 तीर्थों का इशनान यही है गुरु की सिक्ख्या ते चलना।
ਵਾਹਿਗੁਰੂ ਦੀ ਇਬਾਦਤ ਕਰਨੀ, ਬੰਦਗੀ ਨਾਲ ਜੁੜਨਾ। ਇੱਥੇ ਮਹਾਰਾਜ ਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਹਿ ਦਿੱਤਾ। ਔਸਤ ਹਾਰ ਜਸ ਗੁਣ ਰਮਨ, ਗੁਣਾਂ ਨੂੰ ਧਾਰਨ ਕਰਨਾ, ਵਾਹਿਗੁਰੂ ਦੀ ਬੰਦਗੀ ਕਰਨੀ। ਕੋਟ ਮੱਝਣ ਇਸ਼ਨਾਨ, ਕਰੋੜਾਂ ਤੀਰਥਾਂ ਦਾ ਇਹੀ ਇਸ਼ਨਾਨ ਹੈ ਜੀ। ਰਸਨਾ ਉਚਰੈ ਗੁਣਵਤੀ, ਕਹਿੰਦੇ ਜਿਹੜੀ ਰਸਨਾ ਉਹਦੇ ਗੁਣਾਂ ਨੂੰ ਉਚਾਰਨ ਕਰਦੀ ਹੈ, ਕੋਈ ਨ ਪੁਜੈ ਦਾਨ, ਇਸ ਦੇ ਬਰਾਬਰ ਕੋਈ ਦਾਨ ਨਹੀਂ ਪੁੱਜ ਸਕਦਾ। ਰਸਨਾ ਤੋਂ ਜਪਣਾ ਹੀ ਸਭ ਤੋਂ ਵੱਡਾ ਸ੍ਰੇਸ਼ਟ ਕਰਮ ਹੈ। ਜਿੰਨੇ ਮਰਜ਼ੀ ਨਾ ਤੂੰ ਆਵੇਂ ਵਸ ਕਿਤੇ ਸਿਆੜ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਰੱਬ ਵਸ ਹੋਣ ਵਾਲਾ ਨਹੀਂ ਹੈ। ਰਸਨਾ ਤੋਂ ਰੱਬ ਦੇ ਗੁਣਾਂ ਨੂੰ ਉਚਾਰਨ ਕਰਨਾ, ਇਸ ਤੋਂ ਵੱਡਾ ਕੋਈ ਦਾਨ ਹੀ ਨਹੀਂ ਹੈ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਾਂ 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਣ। ਮਹਾਰਾਜ ਨੇ ਪੁੰਨ ਕੀ ਕਰਨਾ ਹੈ, ਦਾਨ ਕੀ ਕਰਨਾ, ਸਭ ਨੂੰ ਲਿਖ ਕੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅਗਲੀ ਸਾਹਿਬ ਸੇਵੀਏ, ਅਗਲੀ ਪਾਈਏ ਮਾਣ, ਅਗਲੀ ਪੜ੍ਹ ਕੇ ਬੁੱਝੀਏ, ਅਗਲੀ ਕੀਚੈ। ਤੇ ਜੇ ਕਿਸੇ ਕੋਲ ਅਕਲ ਹੈ ਤੇ ਮਹਾਰਾਜ ਕਹਿੰਦੇ ਰਸਨਾ ਉਚਰੈ ਗੁਣਵਤੀ, ਕੋਏ ਨਾ ਪੁੱਜੇ ਦਾਨ। ਕਹਿੰਦੇ ਇਹਦੇ ਬਰਾਬਰ ਦਾ ਦਾਨ ਹੀ ਕੋਈ ਨਹੀਂ। ਜੇ ਰਸਨਾ ਜਪਣ ਲੱਗ ਜਾਂਦੀ ਹੈ ਤੇ ਸਭ ਤੋਂ ਵੱਡਾ ਤੇ ਦਾਨੀ ਫਿਰ ਜਪਣ ਵਾਲਾ ਹੀ ਹੋਇਆ ਨਾ। ਹੋਰ ਕੁਝ ਜੋ ਮਰਜ਼ੀ ਦਾਨ ਕਰੀਏ, ਉਹ ਕਈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਤੇ ਲਿਖ ਕੇ ਦਿੱਤਾ, ਕਈ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਵੀ ਦਾਨ ਕਰ ਦਿੰਦੇ ਹਨ। ਕਈ ਧਨ ਜ਼ਮੀਨ ਦਾਨ ਕਰਨ ਵਾਲੇ, ਮਹਾਰਾਜ ਕਹਿੰਦੇ ਇਸ ਤਰ੍ਹਾਂ ਰੱਬ ਨਹੀਂ ਵਸ ਆਉਂਦਾ, ਆਪਣੇ ਆਪ ਨੂੰ ਦਾਨ ਕਰਨਾ ਪੈਂਦਾ ਹੈ। ਚਲੋ ਉਹ ਅਸੀਂ ਬਹੁਤ ਵਾਰੀ ਇਸ ਵਿਸ਼ੇ 'ਤੇ ਵਿਚਾਰ ਕਰ ਚੁੱਕੇ ਹਾਂ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਆਪਣੇ ਆਪ ਨੂੰ ਤੇ ਦਾਨ ਕਰਨਾ ਗੁਰੂ ਨੂੰ। ਤੇ ਮਹਾਰਾਜ ਕਹਿੰਦੇ ਰਸਨਾ ਤੋਂ ਜਪਣਾ ਹੀ ਸਭ ਤੋਂ ਵੱਡਾ ਦਾਨੀ ਬਣਨਾ ਹੈ ਜੀ। ਤਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਜਦੋਂ ਉਹ ਦਿਆਲ ਪੁਰਖ ਮਿਹਰਬਾਨ ਹੁੰਦਾ ਨਾ, ਦ੍ਰਿਸ਼ਟ ਧਾਰ ਮਿਹਰ ਦੀ ਨਜ਼ਰ ਕਰਦਾ ਹੈ, ਫਿਰ ਮਨ ਤਨ ਚ ਨਾਮ ਵਸ ਜਾਂਦਾ ਹੈ। ਉਹਦੀ ਕਿਰਪਾ ਨਾਲ ਹੀ ਆਵੇਂ ਦ੍ਰਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਨਲੋਭ ਮੋਹ ਵਸ ਕਰੇ। ਸਭੇ ਬਲ ਉਹਦੀ ਮਿਹਰ ਭਰੀ ਨਜ਼ਰ ਹੋਵੇ ਤੇ ਭਾਈ ਉਹਦੇ ਹਿਰਦੇ ਚ ਨਾਮ ਵਸਦਾ ਹੈ ਜੀ। ਜਿਉ ਪਿੰਡ ਧਨ ਤਿਸਦਾ, ਸਦਾ ਸਦਾ ਕੁਰਬਾਨ। ਜਿਹਨੇ ਸਰੀਰ ਦਿੱਤੇ, ਜਿਹਨੇ ਧਨ ਦਿੱਤਾ, ਜਿਹਨੇ ਜਿੰਦ ਪਾਈ ਹੈ, ਸਾਰਾ ਕੁਝ ਉਹਦਾ ਹੀ ਹੈ ਨਾ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਮਹਾਰਾਜ ਕਹਿੰਦੇ ਉਹਦੇ ਤੋਂ ਕੁਰਬਾਨ ਕਰਨਾ, ਜਿਹਨੇ ਸਭ ਕੁਝ ਦਿੱਤਾ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਸਾਰਾ ਕੁਝ ਉਹਦਾ ਹੀ ਹੈ। ਸਾਡਾ ਤੇ ਮੇਰਾ ਕੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਜੋ ਕੁਝ ਵੀ ਸਾਡੇ ਕੋਲ ਉਹਦਾ ਹੀ ਹੈ। ਮਹਾਰਾਜ ਕਹਿੰਦੇ ਜੀਓ ਪਿੰਡ ਧਨ ਤਿਸਦਾ, ਹਾਂ ਸਦਾ ਸਦਾ ਕੁਰਬਾਨ। ਮੈਂ ਉਦੋਂ ਤੋਂ ਸਦਾ ਕੁਰਬਾਨ ਕਰਨਾ, ਜਿਹਨੇ ਸਭ ਕੁਝ ਦੇ ਕੇ ਨਿਵਾਜਿਆ ਹੈ ਜੀ। ਕਦੇ ਨਾ ਵਿਛੜੈ, ਜਿਹੜਾ ਮਿਲ ਪੈਂਦਾ ਨਾ ਵਾਹਿਗੁਰੂ ਨੂੰ, ਕਦੇ ਵਿਛੜਦਾ ਨਹੀਂ ਹੈ। ਜਿਹੜੇ ਵਿਛੜ ਕੇ ਉਹ ਮਿਲਦੇ ਹੀ ਨਹੀਂ ਹੈ। ਉਹ ਸਿਰਫ ਨਾਟਕ ਕਰ ਰਹੇ ਹੁੰਦੇ, ਪਖੰਡ ਕਰ ਰਹੇ ਹੁੰਦੇ ਮਿਲਣ ਦਾ। ਜਿਹੜੇ ਮਿਲ ਜਾਂਦੇ ਉਹ ਆਦੇ ਥੱਲੇ ਖੜ ਜਾਂਦੇ ਹੈ, ਉਹ ਵਿਛੜਦੇ ਨਹੀਂ ਹੈ ਗੁਰੂ ਤੋਂ। ਉਹ ਕਹਿੰਦੇ ਮੇਰਾ ਮੁਖ ਗੁਰੂ ਵੱਲ ਹੋਣਾ ਚਾਹੀਦਾ। ਉਹ ਕਹਿੰਦੇ ਰੂਚ ਲਪੇਟ ਕੇ ਸਾੜ ਦਿਓ, ਕੋਈ ਦੁੱਖ ਨਹੀਂ ਹੈ। ਗੁਰੂ ਨਾਲੋਂ ਵਿਛੋੜਾ ਨਹੀਂ ਬਰਦਾਸ਼ਤ ਕਰ ਸਕਦੇ। ਉਹ ਕਹਿੰਦੇ ਚਰਖੜੀਆਂ ਤੇ ਚੜਾ ਦਿਓ, ਰਸਨਾ ਤੋਂ ਗੁਰੂ ਗੁਰੂ ਹੀ ਨਿਕਲੇਗਾ। ਉਹ ਤੇ ਛਾਲ ਮਾਰ ਕੇ ਦੇਗ 'ਚ, ਜਦੋਂ ਭਾਈ ਦਿਆਲਾ ਜੀ ਦੇਗ 'ਚ ਬੈਠਣ ਲੱਗੇ ਨਾ, ਉਹ ਕਹਿੰਦੇ ਫੜ ਕੇ ਬਿਠਾਓ ਉਬਲਦੀ ਦੇਗ 'ਚ। ਤੇ ਭਾਈ ਦਿਆਲਾ ਜੀ ਹੱਸ ਕੇ ਕਹਿੰਦੇ ਫੜ ਕੇ ਬਿਠਾਉਣ ਦੀ ਜ਼ਰੂਰਤ ਨਹੀਂ ਹੈ। ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਲਾਹੌਰ ਦੇਗ 'ਚ ਬੈਠ ਕੇ ਸਾਨੂੰ ਸਿਖਾਇਆ ਦੇਗ 'ਚ ਕਿਵੇਂ ਬੈਠਣਾ। ਭਾਈ ਦਿਆਲਾ ਜੀ ਦੇਗ 'ਚ ਬੈਠੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਉੱਪਰ ਢੱਕਣ ਦੇ ਦਿੱਤਾ, 100 ਡਿਗਰੀ 'ਤੇ ਪਾਣੀ ਉਬਲਦਾ ਸੀ। ਤੇ ਸਾਡਾ ਇਤਿਹਾਸ ਕਹਿੰਦੇ ਦੇਗ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ। ਤੇ ਖੀਰ ਨੂੰ ਮਾਸ ਜਿਹੜਾ ਪਾਣੀ 'ਚ ਮਿਕਸ ਹੋ ਗਿਆ ਸੀ, ਗਲ ਗਿਆ ਸੀ ਸਾਰਾ, ਹੱਡ ਸਿਰਫ ਨਿਕਲੇ ਹਨ ਦੇਗ 'ਚੋਂ। ਤੇ ਜਪਜੀ ਸਾਹਿਬ ਦੇ ਸ਼ਲੋਕ ਤੱਕ ਉਹ ਰਸਨਾ ਜਿਹੜੀ ਜਪਦੀ ਰਹੀ ਹੈ। ਜਿਹੜੇ ਮਿਲ ਜਾਂਦੇ ਉਹ ਕਦੇ ਵਿਛੜਦੇ ਨਹੀਂ, ਜਿਹੜੇ ਵਿਛੜ ਕੇ ਉਹ ਕਦੇ ਮਾਫ ਕਰਨਾ। ਬਹੁਤੇ ਕੀਰਤਨੀਏ ਕਲਾਕਾਰ ਬਣ ਗਏ, ਉਹ ਕੀਰਤਨੀਏ ਹੈ ਹੀ ਨਹੀਂ ਸੀ ਜਿਹੜੇ ਕਲਾਕਾਰ ਬਣ ਗਏ। ਜੇ ਕੀਰਤਨ 'ਚ ਉਹਨਾਂ ਨੂੰ ਰਸ ਕਿਤੇ ਆ ਜਾਂਦਾ ਫਿਰ ਕਲਾਕਾਰ ਨਹੀਂ ਬਣਦੇ। ਉਹ ਕਹਿੰਦੇ ਅਸੀਂ ਧੰਨ ਕਰਕੇ ਥੋੜ੍ਹੀ ਕੀਰਤਨ ਕਰਨਾ, ਅਸੀਂ ਹੁਣ ਕਥਾ ਰੁਪਈਏ ਵਾਸਤੇ ਥੋੜ੍ਹੀ ਕਰਨੀ ਹੈ। ਇਹ ਸਾਨੂੰ ਰੱਬ ਦੀ ਖੁਸ਼ੀ, ਉਹਦੀ ਬਖਸ਼ਿਸ਼ ਲੈਣ ਵਾਸਤੇ ਵੀ ਕੁਝ ਕਰਨਾ ਚਾਹੀਦਾ। ਅਸੀਂ ਹੁਣ ਧਰਮੀ ਲਾਲਚੀ ਹੋ ਗਏ ਵੀ ਆ ਸਾਨੂੰ ਮਿਲੇਗਾ ਤੇ ਫਿਰ ਅਸੀਂ ਇਸ ਧਰਮ ਨੂੰ ਅਸੀਂ ਅਪਣਾਵਾਂਗੇ ਤੇ ਇਸ ਧਰਮ ਨੂੰ। ਅੱਜ ਸਿੱਖ ਵੀ ਬੜਾ ਲਾਲਚੀ ਹੋ ਗਿਆ। ਨਹੀਂ ਗੁਰਮੁਖੋ, ਅਸੀਂ ਜੁੜਨਾ, ਸਾਡੇ ਜੀਵਨ ਦਾ ਪ੍ਰਯੋਜਨ ਹੈ ਰੱਬ ਨੂੰ ਮਿਲਣਾ।
ਸਾਨੂੰ ਉਹਨੇ ਸਰੀਰ ਦੇ ਕੇ ਸਭ ਕੁਝ ਦੇ ਕੇ ਨਵਾਜਿਆ। ਇਹੀ ਤੇ ਪਿਛਲੀ ਪੰਕਤੀ 'ਚ ਮਹਾਰਾਜ ਨੇ ਬਚਨ ਕਿਹਾ। ਤੇ ਜਿਹੜੇ ਫਿਰ ਮਿਲ ਕੇ ਭਾਈ ਮਿਲਿਆ ਕਦੇ ਨਾ ਵਿਛੜੇ, ਜੋ ਮੇਲਿਆ ਕਰਤਾਰ, ਜਿਹੜਾ ਕਰਤਾਰ ਨੇ, ਇੱਕ ਤਾਂ ਹੁੰਦਾ ਆਪਣੇ ਆਪ ਮਿਲਣਾ, ਇੱਕ ਹੁੰਦਾ ਕਰਤਾਰ ਸਾਨੂੰ ਮਿਲੇ। ਚਲੋ ਵੈਸੇ ਰੱਬ ਨੂੰ ਮਿਲਣ 'ਚ ਸਾਡੀ ਬਹੁਤੀ ਕੋਈ ਕੋਸ਼ਿਸ਼ ਕੀਤੀ, ਕਾਮਯਾਬ ਨਹੀਂ ਸੀ ਉਹਦੇ 'ਚ ਹੁੰਦੇ। ਇਹ ਤੇ ਬਖਸ਼ਿਸ਼ ਕਰੇ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਤੁਸੀਂ ਘਰੇ ਬੈਠੇ ਹੋ, ਤੁਸੀਂ ਉਹਨੂੰ ਮਿਲੋਗੇ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਜਿਹਨੂੰ ਤੁਸੀਂ ਮਿਲਣਾ ਨਹੀਂ ਚਾਹੁੰਦੇ। ਭਾਈ ਮੂਲ ਚੰਦ ਗੁਰੂ ਨਾਨਕ ਸਾਹਿਬ ਦਰਵਾਜ਼ੇ ਤੇ ਆਏ, ਮਿਲਣਾ ਨਹੀਂ ਸੀ ਚਾਹੁੰਦਾ ਆਪਣੀ ਘਰਵਾਲੀ। ਕਈ ਕਹਿੰਦੇ ਸੀ ਘਰਵਾਲੀ ਨੇ ਝੂਠ ਬੋਲਿਆ। ਜੇ ਮੂਲ ਚੰਦ ਮਿਲਣਾ ਚਾਹੁੰਦਾ, ਘਰਵਾਲੀ ਕਿਵੇਂ ਝੂਠ ਬੋਲ ਸਕਦੀ ਸੀ? ਬੋਲ ਵੀ ਦਿੰਦੀ, ਆਣ ਕੇ ਖੜ ਜਾਂਦਾ ਮਹਾਰਾਜ ਦੇ ਸਾਹਮਣੇ। ਇਹਦਾ ਮਤਲਬ ਆਪ ਨਹੀਂ ਸੀ ਮਿਲਣਾ ਚਾਹੁੰਦਾ। ਤੇ ਜੇ ਮਿਲਣਾ ਚਾਹੁੰਦਾ, ਇਹਦਾ ਮਤਲਬ ਉਹ ਪੂਰਨ ਤੌਰ ਤੇ ਜੇ ਜੁੜਿਆ ਹੀ ਨਹੀਂ ਸੀ। ਜਿਹੜਾ ਗੁਰੂ ਸਾਹਿਬ ਦਰਵਾਜ਼ੇ ਤੇ ਆਏ ਹੁਣ ਤੇ ਛੁਪ ਕੇ ਬੈਠ ਜੇ, ਜੇ ਜੁੜਿਆ ਹੁੰਦਾ ਤੇ ਫਿਰ ਉਹ ਕਦੇ ਵਿਛੜਦਾ ਵੀ ਨਹੀਂ ਸੀ। ਮਹਾਰਾਜ ਕਹਿੰਦੇ ਜੇ ਉਹ ਚਲੋ ਕਿਤੇ ਨਾ ਕਿਤੇ ਉਹਦੀ ਆਪ ਦੀ ਕੋਸ਼ਿਸ਼ ਹੋਏਗੀ, ਟੁੱਟ ਗਿਆ। ਤੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਪਤਾ ਨਹੀਂ ਕਿੰਨੇ ਕੋਹ ਦਾ ਪੈਂਡਾ ਤੈਅ ਕਰਕੇ ਮਹਾਰਾਜ ਮਿਲਣ ਵਾਸਤੇ ਗਏ। ਮਹਾਰਾਜ ਕਰਤਾਰ ਮਿਲਣ ਆਇਆ, ਅਸੀਂ ਉੱਠ ਕੇ ਮਿਲ ਨਹੀਂ ਸਕੇ। ਹਾਂ, ਗੁਰਮੁਖੋਂ ਬਖਸ਼ਿਸ਼ ਵਰਤਾਏ ਤੇ ਸਦਾ ਵਾਸਤੇ ਮਿਲਿਆ ਜਾਂਦਾ ਹੈ। ਜਿਹੜੇ ਆਪਣੀ ਕੋਸ਼ਿਸ਼ ਨਾਲ ਨੇੜੇ ਹੁੰਦੇ ਨਾ, ਉਹ ਕਈ ਵਾਰੀ ਮਿਲ ਕੇ ਵੀ ਟੁੱਟ ਜਾਂਦੇ ਆ, ਕਈ ਵਾਰੀ ਜੁੜ ਕੇ ਵੀ ਟੁੱਟ ਜਾਂਦੇ ਆ। ਸਾਡੇ ਬਹੁਤੇ ਸਰੀਰ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ, ਅੱਜ ਥੋੜ੍ਹੇ ਦਿਨ ਪਹਿਲਾਂ ਟ੍ਰੇਨਿੰਗ ਵਾਲਾ ਬੱਚਾ ਆਇਆ, ਕਹਿੰਦੇ ਬਾਬਾ ਜੀ ਮੈਂ ਦਰਬਾਰ 'ਚ ਆਇਆ ਕਥਾ ਕਰਨ ਵਾਸਤੇ, ਕਹਿੰਦੇ ਤੁਹਾਡੇ ਤੋਂ ਪਹਿਲਾਂ ਇੱਕ ਸਰੀਰ ਆਇਆ ਸੀ ਵੀ ਗਾਤਰਾ ਲਾਉਣਾ ਹੈ। ਤੇ ਬਾਬਾ ਜੀ ਕਹਿੰਦੇ ਸੀ ਅਰਦਾਸ ਕਦੋਂ? ਤੇ ਮੈਂ ਕਿਹਾ ਤੁਸੀਂ ਕਹਿਣਾ ਸੀ ਤੇ ਗਾਤਰੇ ਪਾਉਣ ਦੀਆਂ ਅਰਦਾਸਾਂ ਹੁੰਦੀਆਂ, ਗਾਤਰੇ ਲਾਉਣ ਦੀ ਅਰਦਾਸ ਨਹੀਂ ਹੁੰਦੀ ਹੈ। ਕਿਉਂ ਲਾਉਣਾ ਹੈ ਪੁੱਛਣਾ ਹੈ? ਕਹਿੰਦੇ ਜੀ ਮੈਨੂੰ ਤਾਂ ਇੰਨੀ ਹੁਣ ਨੌਲੇਜ ਨਹੀਂ, ਅਸੀਂ ਹੁਣ ਗਾਤਰੇ ਲਾਉਣ ਦੀਆਂ ਵੀ ਅਰਦਾਸਾਂ। ਇਹਦਾ ਮਤਲਬ ਅਸੀਂ ਜੁੜੇ ਹੀ ਨਹੀਂ ਹਾਂ, ਕਿਤੇ ਅੰਦਰੋਂ ਜੁੜ ਕੇ ਛਕਿਆ ਹੀ ਨਹੀਂ ਜਿਹੜਾ ਅਸੀਂ ਲਾਉਣ ਦੀ ਅੱਜ ਗੱਲ ਕਰਦੇ ਆ। ਜੇ ਕਿਤੇ ਕਰਤਾਰ ਮਿਲ ਲਿਓ ਫਿਰ ਕਦੇ ਵਿਛੜਦਾ ਨਹੀਂ। ਤੇ ਜਿਹੜਾ ਆਪਣੇ ਲਾਲਚਾ ਕਰਕੇ ਜੁੜਿਆ, ਅੱਜ ਜੁੜਿਆ ਲੱਗਦਾ, ਉਹ ਫਿਰ ਇੱਕ ਦਿਨ ਅੱਜ ਮਾਫ ਕਰਨਾ। ਮੈਂ ਤੁਹਾਨੂੰ ਬਹੁਤੇ ਸਰੀਰ ਮਿਲਾ ਦਾਂਗਾ ਜਿਹੜੇ ਕਿਸੇ ਸਮੇਂ ਗੁਰੂ ਦਰਬਾਰ 'ਚ ਬਹਿ ਕੇ ਦੋਵੇਂ ਟਾਈਮ ਕੀਰਤਨ ਦੀ ਹਾਜ਼ਰੀ ਭਰਦੇ ਹਨ, ਮੱਥਾ ਟੇਕਣ ਨਹੀਂ ਗੁਰਦੁਆਰੇ ਆਉਂਦੇ। ਕਿਤੇ ਉਹ ਲਾਲਚ ਕਰਕੇ ਜੁੜੇ ਹਨ, ਨਹੀਂ ਪੂਰੇ ਹੋਇਆ ਉਹਨਾਂ ਨੂੰ, ਅੱਜ ਟੁੱਟ ਗਏ। ਹਾਂ, ਕਰਤਾਰ ਕਿਤੇ ਮਲਾਏ ਭਾਈ, ਫਿਰ ਕਦੇ ਵਿਛੜਦੇ ਨਹੀਂ। ਦਾਸਾਂ ਕੇ ਬੰਧਨ ਕਟਿਆ, ਫਿਰ ਉਹ ਆਪਣੇ ਦਾਸਾਂ ਦੇ ਜੋੜ ਕੇ ਬੰਧਨ ਕੱਟ ਦਿੰਦਾ ਹੈ ਜੀ। ਸਾਚੈ ਸਿਰਜਣਹਾਰ, ਉਹ ਸੱਚਾ ਜਿਹਨੇ ਸਾਨੂੰ ਸਿਰਜਿਆ, ਬੰਧਨ ਵੀ ਸਾਡੇ ਉਹੀ ਕੱਟਦਾ ਹੈ ਜੀ। ਦਾ ਮਾਰਗ ਪਾਇਓ, ਅਸੀਂ ਭਟਕ ਜਾਂਦੇ ਹਾਂ, ਫਿਰ ਸਹੀ ਰਸਤੇ ਤੇ ਸਾਨੂੰ ਲੈ ਕੇ ਆਉਂਦਾ। ਦੁੱਖ ਵੀ ਉਹਨੇ ਇਸ ਕਰਕੇ ਸ਼ਾਇਦ ਬਣਾਏ, ਦੁੱਖ ਦਾਰੂ ਸੁੱਖ ਰੋਗ ਪਾਇਆ। ਆ ਤਬਲਾ ਵਾਲੇ ਪੀਰ ਨੇ ਆਉਣਾ, ਜਦੋਂ ਉਹ ਬੇਸੁਰਾ ਜਿਹਾ ਹੋਣ ਲੱਗਦਾ ਨਾ, ਤਾਂ ਸੁਰ ਹੇਠਾਂ ਉਤਲਾ ਹੋਣ ਲੱਗਦੀ, ਫਿਰ ਉਹ ਥੋੜੀ ਕੋਲ ਰੱਖੀ ਵੀ ਉਹਨੂੰ ਮਾਰਦਾ ਹੈ, ਉਹਨੂੰ ਸੁਰ 'ਚ ਲਿਆਉਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਤੇ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਹੋਰ ਵਡਭਾਗੀ ਰਸਤੇ ਤੋਂ ਭਟਕਣ ਲੱਗਦੇ, ਫਿਰ ਉਹ ਲਾਈਨ ਤੇ ਲੈ ਕੇ ਆਉਂਦਾ ਸਾਨੂੰ, ਭੁੱਲਿਆਂ ਨੂੰ ਉਹ ਸੱਚ ਦੇ ਮਾਰਗ ਤੇ ਤੋਰ ਦਿੰਦਾ ਹੈ ਜੀ। ਗੁਣ ਅਵਗੁਣ ਨਾ ਵਿਚਾਰ, ਉਹ ਫਿਰ ਗੁਣ ਤੇ ਔਗੁਣਾਂ ਦੀ ਵਿਚਾਰ ਨਹੀਂ ਕਰਦਾ। ਉਹ ਪਿਛਲੇ ਔਗੁਣ ਬਖਸ਼ਦੇ, ਦਾਸ ਨੇ ਪਹਿਲਾਂ ਪੰਕਤੀਆਂ ਪੜ੍ਹੀਆਂ। ਗੁਣ ਤੇ ਦਿੰਦਾ, ਗੁਣ ਕਾਲ ਬਖਸ਼ੇ ਅਵਗਣ ਆਰੇ। ਜਿਹੜੇ ਅਦਾਲਤਾਂ ਨੇ ਉਹ ਸਜ਼ਾ ਦੇ ਕੇ ਬਖਸ਼ਦੀਆਂ, ਇਹਨੂੰ ਸਜ਼ਾ ਦਿਓ ਜੀ, ਇਹਨੇ ਸਾਲ ਕੱਟੇਗਾ, ਫਿਰ ਬਖਸ਼ਿਆ ਵੀ ਜਾਂਦਾ, ਇਹਨੂੰ ਜੁਰਮਾਨਾ ਲਾ ਦਿਓ। ਸਾਡਾ ਗੁਰੂ ਗੁਣ ਦੇ ਕੇ ਬਖਸ਼ਦਾ, ਗੁਣ ਕਰ ਬਖਸ਼ਿਆ ਅਵਗਣ ਆਰੇ। ਉਹ ਸਜ਼ਾ ਦੇ ਕੇ ਨਹੀਂ ਬਖਸ਼ਦਾ, ਇਹਨੂੰ ਇੰਨੀ ਸਜ਼ਾ ਦੇ ਦਿਓ ਕੱਟੇ, ਫਿਰ ਤੇ ਉਹਨੇ ਸਜ਼ਾ ਕੱਟ ਲਈ। ਸਾਡਾ ਗੁਰੂ ਤੇ ਬਖਸ਼ਿੰਦਾ, ਉਹ ਔਗਣ ਨਹੀਂ ਵੇਖਦਾ, ਉਹ ਗੁਣ ਦੇ ਕੇ ਬਖਸ਼ ਦਿੰਦਾ ਹੈ। ਨਾਨਕ ਭਾਈ ਉਹਦੀ ਸ਼ਰਨ ਦੇ ਅੰਦਰ ਹੈ, ਸਗਲ ਘਟਾਇਆ ਦਾ, ਜਿਹੜਾ ਸਾਰਿਆਂ ਦਾ ਆਸਰਾ, ਆਧਾਰ ਆਸਰਾ ਕਹਿੰਦੇ। ਸਗਲ ਘਟਾ ਕਾ ਅੰਤਰ ਜਾਮੀ, ਘਟ ਵੈਸੇ ਹਿਰਦੇ ਨੂੰ ਕਹਿੰਦੇ ਆ। ਚਲੋ ਜੇ ਦੁਨਿਆਵੀ ਅਰਥ ਕਰੀਏ ਵੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਮੇਰਾ ਵੀ ਆਧਾਰ ਹੋਈ ਹੈ। ਇਹਦੀਆਂ ਬੇਨਤੀਆਂ ਕੁਰਬਾਨ ਕਰਨੀਆਂ, ਜੇ ਸਮਾਂ ਜ਼ਿਕਰ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਇਹਨਾਂ ਸਥਾਨਾਂ ਦੀ ਸੇਵਾਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ ਜੀ। ਚੱਲ ਰਹੀਆਂ ਸੇਵਾਵਾਂ 'ਚ ਹਿੱਸਾ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,